ਚੈਨਲ ਦੇ तमाम ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਔਰ ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਹਮੇਸ਼ਾ ਰਹਿਣਾ, ਇਹੀ ਉਮੀਦ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਉਸ ਅਕਾਲ ਪੁਰਖ ਅੱਗੇ। ਤੇ ਅੱਜ ਆਪਾਂ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਏ ਹਾਂ, ਤੁਹਾਡੇ ਰੂਬਰੂ ਹੋਏ ਹਾਂ। ਉਹ ਵਿਸ਼ਾ ਹੈ ਜਿਹੜਾ ਆਪਾਂ ਸਾਡਾ ਨਜ਼ਰੀਆ ਪ੍ਰੋਗਰਾਮ ਦੇ ਤਹਿਤ ਆਪਣੇ ਵਿਚਾਰ ਇੱਥੇ ਪੇਸ਼ ਕਰਦੇ ਹਾਂ। ਔਰ ਸਮਾਜਿਕ ਜਿਹੜੀਆਂ ਵਿਕਰਤੀਆਂ ਆਈਆਂ ਹੈਗੀਆਂ ਨੇ, ਸਮਾਜਿਕ ਪਰਿਸਥਿਤੀਆਂ ਜਿਹੜੀਆਂ ਵਿਗੜ ਰਹੀਆਂ ਨੇ, ਸਮਾਜ ਦਾ ਮੂੰਹ ਮਹਾਂਦਰਾ ਤਿੜਕ ਰਿਹਾ, ਉਹਦੇ ਪਿੱਛੇ ਕਿਹੜੇ ਤੱਤ ਨੇ, ਕਾਰਨ ਕੀ ਨੇ, ਉਹਨਾਂ 'ਤੇ ਆਪਾਂ ਵਿਚਾਰ ਚਰਚਾ ਕਰਦੇ ਹਾਂ, ਜਿਹਦੇ ਵਿੱਚ ਆਪਾਂ ਚਾਰੋਂ ਪੱਖ ਲਏ ਸੀਗੇ, ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ। 2 ਪੱਖ ਆਪਾਂ ਵਿਚਾਰ ਚੁੱਕੇ ਹਾਂ। ਸੋ ਅੱਜ ਤੀਸਰਾ ਪੱਖ ਹੈ, ਉਹ ਹੈ ਆਰਥਿਕ। ਸੋ ਅਰਥਚਾਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਸੇ ਸਮਾਜ ਦੇ ਮਜ਼ਬੂਤੀ ਦੇ ਲਈ, ਉਹਦੇ 'ਤੇ ਆਪਾਂ ਵਿਚਾਰ ਚਰਚਾ ਅੱਜ ਕਰਾਂਗੇ। ਸੋ ਤੁਸੀਂ ਵੀ ਸਾਡੇ ਨਾਲ ਜੁੜਨਾ ਔਰ ਆਪਣੇ ਜਿਹੜੇ ਸੁਝਾਅ, ਕੀਮਤੀ ਸੁਝਾਅ, ਤੁਹਾਡੇ ਬਹੁਮੁੱਲੇ ਸੁਝਾਅ, ਉਹ ਜ਼ਰੂਰ ਇੱਥੇ ਤੁਸੀਂ ਰੱਖਣੇ ਕਿ ਇਹਦੇ ਲਈ ਹੋਰ ਕੀ ਆਪਾਂ ਨੂੰ ਕਰਨਾ ਚਾਹੀਦਾ ਇਹਦੇ ਵੱਧਦੇ ਕਦਮਾਂ ਦੇ ਲਈ। ਸੋ ਆਪਾਂ ਆਰੰਭ ਕਰਦੇ ਹਾਂ। ਸੋ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲਈਏ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਡਾਕਟਰ ਸਵਰਨਜੀਤ ਕੌਰ ਗਰੇਵਾਲ ਹਮੇਸ਼ਾ ਹੀ ਤਰ੍ਹਾਂ ਆਪਣੇ ਨਾਲ ਨੇ। ਅਤੇ ਉਹਦੇ ਵਿੱਚ ਇਹ ਹੈ ਕਿ ਜਿਹੜੇ ਸੰਦਰਭ 'ਚੋਂ ਅਸੀਂ ਗੁਜ਼ਰ ਰਹੇ ਹਾਂ, ਬੜਾ ਮਾਯੂਸੀ ਦਾ ਆਲਮ ਹੈ ਔਰ ਹਰ ਪਾਸੇ ਤਰਾਹ ਤਰਾਹ ਮੱਚੀ ਹੋਈ ਆ। ਕਾਰਨ ਤਾਂ ਕੀ ਹੈ, ਸਾਡੀਆਂ ਸੱਤਾਧਾਰੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਦਾ ਵੱਡਾ ਰੋਲ ਹੈ, ਪਰ ਉਹ ਸੱਤਾਧਾਰੀ ਲੋਕ ਨਿਕਲੇ ਕਿੱਥੋਂ ਨੇ, ਇਹ ਵੀ ਸਾਨੂੰ ਦੇਖਣਾ ਪਏਗਾ। ਉਹ ਸਾਡੇ ਵਿੱਚੋਂ ਹੀ ਨਿਕਲੇ ਨੇ, ਸਾਡੇ ਭਾਈ ਬੰਧੂ ਨੇ। ਹੁਣ ਜਥਾ ਰਾਜਾ ਤਥਾ ਪਰਜਾ, ਜਾਂ ਜਥਾ ਪਰਜਾ ਤਥਾ ਰਾਜਾ ਵਾਲੀ ਗੱਲ ਹੋਈ ਪਈ ਆ, ਕਿਉਂਕਿ ਪਰਜਾ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਕ੍ਰਿਤੀਆਂ ਜਿਹੜੀਆਂ ਆ ਚੁੱਕੀਆਂ ਨੇ। ਪਰਜਾ ਵੀ ਕਿਤੋਂ ਨਾ ਕਿਤੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ, ਅਤੇ ਰਾਜੇ ਤਾਂ ਫਿਰ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਨੇ, ਕਿਉਂਕਿ ਰਾਜੇ ਸ਼ੀ ਮੁਕੱਦਮ ਕੁੱਤੇ ਆ। ਸੋ ਇਹਨਾਂ ਨੂੰ ਜਗਾਉਣ ਦੀ ਲੋੜ ਹੈ। ਅਤੇ ਸਾਡੇ ਕੋਲ ਮਾਧਿਅਮ ਬਹੁਤ ਵਧੀਆ ਇੱਕ ਟੈਕਨੀਕ ਹੈਗੀ ਹੈ, ਜਿਹਨੂੰ ਅਸੀਂ ਵਧੀਆ ਤਰੀਕੇ ਨਾਲ ਯੂਜ਼ ਕਰਦੇ ਹਾਂ। ਅਤੇ ਇਹ ਉਮੀਦ ਕਰਦੇ ਕਿ ਤੁਸੀਂ ਇਸ ਨੂੰ ਅੱਗੇ ਤੋਂ ਅੱਗੇ ਇਹਦਾ ਪ੍ਰਚਾਰ ਅਤੇ ਪ੍ਰਸਾਰ ਕਰੋਗੇ, ਤਾਂ ਕਿ ਆਪਾਂ ਇੱਕ ਲੜੀ ਬਣਾ ਸਕੀਏ, ਅੱਗੇ ਤੋਂ ਅੱਗੇ ਆਪਣੇ ਵਿਚਾਰਾਂ ਨੂੰ ਜੋੜ ਸਕੀਏ। ਹੋ ਸਕਦਾ ਸਾਡੇ ਵਿਚਾਰਾਂ ਦੇ ਨਾਲ ਸਹਿਮਤ ਕੁਝ ਲੋਕ ਹੋਣਗੇ। ਸੋ ਡਾਕਟਰ ਸਾਹਿਬ, ਧਾਰਮਿਕ ਪੱਖ ਤੋਂ ਆਪਾਂ ਵਿਚਾਰਿਆ ਹੈਗਾ ਅੱਜ ਦੇ ਸੰਦਰਭ ਨੂੰ। ਬਿਲਕੁਲ। ਅਰਥਚਾਰੇ ਦੇ ਪੱਖੋਂ ਤੁਸੀਂ ਇਸ ਨੂੰ ਕਿੱਥੇ ਖੜਾ ਦੇਖਦੇ ਹੋ, ਭਾਰਤ ਨੂੰ? ਔਰ ਭਾਰਤ ਤੋਂ ਅਲੱਗਾ ਗੱਲ ਕਰਾਂ ਤਾਂ ਮੈਂ ਪੰਜਾਬ ਨੂੰ, ਕਿਉਂਕਿ ਪੰਜਾਬ ਇੱਕ ਬੜਾ ਖੁਸ਼ਹਾਲ ਸੂਬਾ ਵਜੋਂ ਜਾਣਿਆ ਜਾਂਦਾ ਹੈ। ਇੱਥੇ 5 ਦਰਿਆਵਾਂ ਦੀ ਧਰਤੀ, ਖੈਰ ਹੁਣ ਤਾਂ ਨਹੀਂ ਰਹੀ, ਔਰ ਹਰਿਆਵਲ ਦੀ ਧਰਤੀ। ਇੱਥੇ 6 ਰੁੱਤਾਂ ਨੇ, ਮੌਸਮ ਨੇ, ਬਸੰਤ ਹੈ, ਬਹਾਰ ਹੈ, ਪਤਝੜ ਹੈ, ਸਰਦੀ। ਸੋ ਬਨਸਪਤੀ ਦੀ ਇੱਥੇ ਕੋਈ ਕਮੀ ਨਹੀਂ। ਜੇ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਕਹਾਂ ਤਾਂ ਇੱਥੇ ਕੁਦਰਤੀ ਸਾਧਨ ਜਿਹੜੇ ਹੈਗੇ ਉਪਜੀਵਕਾ ਦੇ, ਉਹਨਾਂ ਦੀ ਕੋਈ ਕਮੀ ਨਹੀਂ ਹੈਗੀ। ਸੋ ਫਿਰ ਇਹ ਵਿਗਾੜ ਕਿਵੇਂ ਆਇਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਕੇ, ਜਿਹੜੇ ਕੁਦਰਤੀ ਸਾਧਨ ਆ, ਜਿਹੜੇ ਸਾਡੀ ਉਪਜੀਵਕਾ ਦੇ ਸੀ, ਭੰਡਾਰ ਹੈ ਜੇ ਪੰਜਾਬ ਦੇ ਵਿੱਚ ਕਹਿ ਲਈਏ ਤਾਂ, ਸਾਡੀਆਂ ਲੋੜਾਂ ਦਾ ਹਰ ਸਮਾਨ ਇੱਥੇ ਕੁਦਰਤ ਨੇ ਸਿਰਜਿਆ ਹੋਇਆ। ਸੋ ਉਹ ਸਾਰਾ ਕਿੱਥੇ ਗਿਆ, ਔਰ ਅਸੀਂ ਇੰਨਾ ਕੁ ਰੁੱਲ ਕਿਵੇਂ ਗਏ, ਆਰਥਿਕ ਪੱਖੋਂ ਇੰਨੇ ਕਮਜ਼ੋਰ ਕਿਵੇਂ ਹੋ ਗਏ। ਖੁਸ਼ਹਾਲ ਸੂਬਾ ਫਿਰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਕਿ ਰੁੜਨ ਵੱਲ ਕਿਵੇਂ ਚਲਾ ਗਿਆ, ਇਸ ਚੀਜ਼ 'ਤੇ ਤੁਸੀਂ ਚਾਨਣਾ। ਦੇਖੋ ਪਰਮਵੀਰ, ਗੱਲ ਇਹ ਆਉਂਦੀ ਆ ਕਿ ਜਦੋਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਜੀ ਕਿ ਜਿਹੜੀ ਬੇਈਮਾਨੀ ਹੈ ਉਹ ਸਾਡੀਆਂ ਜੜ੍ਹਾਂ 'ਚ ਘਰ ਕਰ ਚੁੱਕੀ ਹੈ। ਜੀ। ਭ੍ਰਸ਼ਟਾਚਾਰ ਸਾਡੀਆਂ ਜੜ੍ਹਾਂ 'ਚ ਘਰ ਕਰ ਚੁੱਕਿਆ ਜੀ। ਇਸ ਕਰਕੇ ਇੱਥੇ ਸਭ ਕੁਝ ਹੁੰਦੇ ਸੁਣਦੇ ਵੀ ਅਸੀਂ ਅਮੀਰ ਧਰਤੀ ਦੇ ਜਾਏ ਹੁੰਦੇ ਹੋਏ ਵੀ ਗਰੀਬ ਹੋ ਕੇ ਰਹਿ ਗਏ। ਤੇ ਜਿਹੜੀ ਸਾਰੀ ਅਰਥਚਾਰਾ ਸੀਗਾ, ਉਹ ਸਾਰੇ ਦਾ ਸਾਰਾ ਅਰਥਚਾਰਾ ਕੁਝ ਮੁੱਠੀ ਭਰ ਲੋਕਾਂ ਦੇ ਹੱਥਾਂ 'ਚ ਚਲਾ ਗਿਆ। ਕਾਰਨ ਕਿ ਉਹ ਚੁਸਤ ਚਲਾਕ ਸੀ ਤੇ ਆਮ ਲੋਕ ਇਸ ਚੀਜ਼ ਨੂੰ ਪਛਾਣ ਨਹੀਂ ਸਕੇ। ਹੁਣ ਸਭ ਤੋਂ ਪਹਿਲਾਂ ਤੁਸੀਂ ਪਾਣੀਆਂ ਦੀ ਗੱਲ ਕੀਤੀ ਕਿ 5 ਆਬ ਕਦੇ ਵਗਦੇ ਸੀ, ਚਲੋ ਹੁਣ 2.5 ਰਹਿ ਗਏ। ਉਹਨਾਂ 2.5 ਆਬਾਂ ਨੂੰ ਵੀ ਜੇ ਅਸੀਂ ਸਾਂਭਦੇ ਤਾਂ ਬੜੇ ਵਧੀਆ ਤਰੀਕੇ ਨਾਲ ਸਾਂਭ ਸਕਦੇ। ਲੇਕਿਨ ਹੋਇਆ ਕਿ ਸਾਡੀਆਂ ਸਰਕਾਰਾਂ ਦੀ ਨਾਅਹਿਲੀ ਕਾਰਨ, ਅਣਗਹਿਲੀ ਦੇ ਕਾਰਨ, ਬਦਨੀਤੀ ਦੇ ਕਾਰਨ ਉਹ ਪਾਣੀ ਜਿਹੜਾ ਸੀ ਅਸੀਂ ਅਣਜਾਣ ਗਵਾ ਦਿੱਤਾ।
ਅਣਜਾਣੇ ਕਿਵੇਂ ਗਵਾ ਦਿੱਤਾ ਕਿ ਕਦੇ ਸਾਡੇ ਮਾਲਵੇ ਖੇਤਰ ਦੇ ਵਿੱਚ, ਖਾਸ ਕਰਕੇ ਫਿਰੋਜ਼ਪੁਰ ਜਿਹੜਾ ਜ਼ਿਲ੍ਹਾ ਹੁੰਦਾ ਸੀ, ਉੱਥੇ ਦੇ ਆਪਾਂ ਜੰਪਲ ਹੈਗੇ ਆ, ਤੇ ਉੱਥੇ ਅਸੀਂ ਦੇਖਦੇ ਸੀ ਕਿ ਅਸੀਂ ਹੱਥਾਂ ਨਾਲ ਰੇਤਾ ਪਰੇ ਕਰਦੇ ਸੀ ਨਾ, ਤੇ ਥੋੜੀ ਜਿਹੀ ਜਗ੍ਹਾ ਪੁੱਟਣ ਤੇ ਹੀ ਪਾਣੀ ਸਿਮ ਆਉਂਦਾ ਸੀ। ਸੇਮ ਨਾਲੇ ਹੁੰਦੇ ਸੀ ਉੱਥੇ, ਇੰਨਾ ਪਾਣੀ ਦੀ ਬਹੁਤ ਆਦਤ ਸੀ, ਸੇਮ ਨਾਲੇ ਪੁੱਟਣੇ ਪਏ। ਲੇਕਿਨ ਹੁਣ ਕੀ ਹੋਇਆ ਕਿ ਪਾਣੀ ਸਾਰਾ ਉੱਥੋਂ ਖਤਮ ਹੋ ਗਿਆ, ਬੋਰ ਡੂੰਘੇ ਤੋਂ ਡੂੰਘੇ ਹੁੰਦੇ ਜਾ ਰਹੇ। ਇਸ ਪਾਣੀ ਦੀ ਜਿਹੜੀ ਇੰਨੀ ਬੇਗਰਕੀ ਨਾਲ ਵਰਤੋਂ ਹੋਈ ਆ, ਉਹ ਕਿਵੇਂ ਹੋਈ ਆ? ਸਿਰਫ ਕਿਸਾਨਾਂ ਨੇ ਨਹੀਂ ਕੀਤੀ, ਉਹਦੇ ਪਿੱਛੇ ਬਹੁਤ ਵੱਡਾ ਹੱਥ ਸਾਡੇ ਨੀਤੀ ਘਾੜਿਆਂ ਦਾ। ਨੀਤੀ ਘਾੜਿਆਂ ਦਾ ਕੁਝ ਸੈਂਟਰ ਨੇ ਸਾਡੇ ਨਾਲ ਬੇਵਫਾਈਆਂ ਕੀਤੀਆਂ, ਕੁਝ ਸਾਡੇ ਆਪਣੇ ਲੀਡਰਾਂ ਨੇ ਸਾਡੇ ਨਾਲ ਬੇਵਫਾਈਆਂ ਕੀਤੀਆਂ। ਉਹਨਾਂ ਲੀਡਰਾਂ ਨੇ ਸਾਡੇ ਪਾਣੀਆਂ ਨੂੰ ਅਣਗਹਿਲੀ ਦੇ ਨਾਲ ਗਵਾ ਦਿੱਤਾ। ਰਾਈਪੇਰੀਅਨ ਇੱਕ ਲਾਅ ਹੈ ਜਿਹਦੇ ਅਧੀਨ ਆਉਂਦਾ ਹੈ ਕਿ ਅਸੀਂ ਜਿਸ ਸਟੇਟ ਦਾ ਪਾਣੀ ਹੋਵੇ ਉਹਦਾ ਹੱਕ ਉਹਦੇ ਤੇ ਹੁੰਦਾ ਹੈ। ਔਰ ਸਾਡੇ ਪਾਣੀਆਂ ਦੇ ਉੱਤੇ ਸਾਡਾ ਪੰਜਾਬ ਦਾ ਹੱਕ ਸੀ, ਲੇਕਿਨ ਉਸ ਪੰਜਾਬ ਦੇ ਹੱਕ ਨੂੰ ਦਰਕਿਨਾਰ ਕਰਦੇ ਹੋਇਆਂ ਨਹਿਰਾਂ ਕੱਢ ਕੱਢ ਕੇ ਸਾਡੇ ਦਰਿਆਵਾਂ ਦੇ ਵਿੱਚੋਂ ਰਾਜਸਥਾਨ ਤੇ ਹਰਿਆਣੇ ਵਰਗੇ ਥਾਵਾਂ ਨੂੰ ਪਾਣੀ ਮੁਫਤ ਦੇ ਪਾ ਦਿੱਤਾ ਗਿਆ। ਚਲੋ ਦੇ ਵੀ ਦਿੰਦੇ, ਇਹ ਨਹੀਂ ਕਿ ਨਹੀਂ ਦੇਣਾ ਚਾਹੀਦਾ, ਦੇ ਵੀ ਦਿੰਦੇ, ਪਰ ਸਾਡਾ ਬਣਦਾ ਹੱਕ, ਸਾਡਾ ਬਣਦਾ ਪੈਸਾ ਸਾਨੂੰ ਚਾਹੀਦਾ ਸੀ। ਔਰ ਨਾਲ ਦੀ ਨਾਲ ਇਹ ਹੋਇਆ ਕਿ ਸਾਡੇ ਆਪਣੇ ਪੰਜਾਬ ਨੂੰ ਉਹਨਾਂ ਦਰਿਆਵਾਂ ਦਾ ਪਾਣੀ ਉਹਨਾਂ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਸੀ। ਉਹਦੇ ਕਰਕੇ ਕੀ ਹੋਇਆ ਕਿ ਸਾਡੇ ਲੋਕਾਂ ਨੂੰ, ਕਿਸਾਨਾਂ ਨੂੰ ਖਾਸ ਕਰਕੇ, ਇੱਥੇ ਟਿਊਬਵੈੱਲ ਲਾਉਣੇ ਪਏ, ਧਰਤੀ ਦੀ ਹਿੱਕ ਪਾੜ ਕੇ ਪਾਣੀ ਕੱਢਣਾ ਪਿਆ। ਔਰ ਧਰਤੀ ਦੀ ਹਿੱਕ ਪਾੜ ਕੇ ਪਾਣੀ ਕੱਢਣ ਦੇ ਨਾਲ ਅੱਜ ਹਾਲਾਤ ਇਹ ਹੋ ਗਏ ਆ ਕਿ ਬਹੁਤ ਡੂੰਘਾ ਪਾਣੀ ਚਲਾ ਗਿਆ ਜੀ, ਔਰ ਉਸ ਡੂੰਘੇ ਪਾਣੀ ਦੇ ਕਾਰਨ ਸਾਡੀ ਜਿਹੜੀ ਧਰਤੀ ਉਹ ਬੰਜਰ ਹੁੰਦੀ ਜਾ ਰਹੀ ਹੈ। ਠੀਕ ਹੈ, ਫਿਰ ਅਸੀਂ ਬਾਰਿਸ਼ ਦੇ ਪਾਣੀ ਨੂੰ ਨਹੀਂ ਸਾਂਭਿਆ। ਬਾਰਿਸ਼ ਦਾ ਪਾਣੀ ਕਿਉਂ ਨਹੀਂ ਸਾਂਭਿਆ? ਕਿਉਂਕਿ ਸਾਡੇ ਲੋਕਾਂ ਨੇ ਪੱਥਰ, ਸੰਗਮਰਮਰ ਥਾਂ ਥਾਂ ਲਾ ਕੇ ਸਾਰੀ ਧਰਤੀ ਨੂੰ, ਜਿਹੜੀ ਕੱਚੀ ਥਾਂ ਸੀ, ਉਹਨੂੰ ਬਹੁਤ ਘੱਟ ਕਰ ਦਿੱਤੀ। ਔਰ ਉਹਦੇ ਨਾਲ ਸਾਡਾ ਪਾਣੀ ਜਿਹੜਾ ਸੀ ਅਣਜਾਈ ਜਾ ਰਿਹਾ ਹੈ, ਜਿਹਦੇ ਕਰਕੇ ਸਾਡੀ ਧਰਤੀ ਦੇ ਵਿੱਚ ਪਾਣੀ ਸਮਾ ਨਹੀਂ ਰਿਹਾ ਤੇ ਸਾਡੀ ਜਿਹੜਾ ਪਾਣੀ ਆ ਉਹ ਖਤਮ ਹੁੰਦਾ ਜਾ ਰਿਹਾ। ਹੁਣ ਇਹਦੇ ਨਾਲ ਸਾਡਾ ਅਰਥਚਾਰਾ ਬਹੁਤ ਜੁੜਿਆ ਹੋਇਆ ਪਾਣੀ ਦੇ ਨਾਲ। ਔਰ ਬਾਕੀ ਜਿਹੜੇ ਸਾਡੇ ਫੈਕਟਰੀਆਂ ਵਾਲੇ ਭਰਾ ਹੈਗੇ ਸੀ, ਵਪਾਰੀ ਹੈਗੇ ਸੀ, ਉਹਨਾਂ ਨੇ ਸਾਡੇ ਰਹਿੰਦੇ ਖੁੰਦੇ ਜਿਹੜਾ ਸਾਡੇ ਕੋਲ ਪਾਣੀ ਬਚਿਆ ਵੀ ਸੀ ਉਹਨੂੰ ਹੋਰ ਖਰਾਬ ਕਰ ਦਿੱਤਾ। ਉਹ ਇਸ ਤਰ੍ਹਾਂ ਕਿ ਆਪਣੀਆਂ ਫੈਕਟਰੀਆਂ ਦਾ ਪਾਣੀ ਸਿੱਧਾ ਹੀ ਬੋਰ ਕਰ ਕਰਕੇ ਧਰਤੀ ਦੇ ਅੰਦਰ ਸੁੱਟਣਾ ਸ਼ੁਰੂ ਕਰਤਾ। ਪਿੱਛੇ ਜੇ ਇੱਕ ਖਬਰ ਵੀ ਆਈ ਸੀ ਕਿ ਟਿਊਬਵੈੱਲ ਦੇ ਵਿੱਚੋਂ ਲਾਲ ਰੰਗ ਦਾ ਪਾਣੀ ਨਿਕਲ ਰਿਹਾ ਸੀ। ਤਾਂ ਉਹ ਕਿਉਂ ਨਿਕਲ ਰਿਹਾ? ਕਿਉਂਕਿ ਜਿਹੜੀਆਂ ਫੈਕਟਰੀਆਂ ਵਾਲੇ ਆ ਉਹਨਾਂ ਨੇ ਕੈਮੀਕਲ ਯੁਕਤ ਪਾਣੀ ਜਿਹੜਾ ਸੀ, ਕੈਮੀਕਲ ਨਾਲ ਭਰਿਆ ਹੋਇਆ ਪਾਣੀ ਜਿਹੜਾ ਸੀ, ਉਹ ਸਾਡੇ ਨਾਲਿਆਂ 'ਚ ਸੁੱਟਣਾ ਸ਼ੁਰੂ ਕਰਤਾ, ਸਾਡੀ ਧਰਤੀ ਦੇ ਅੰਦਰ ਸੁੱਟਣਾ ਸ਼ੁਰੂ ਕਰਤਾ, ਤੇ ਨਤੀਜੇ ਵਜੋਂ ਸਾਨੂੰ ਕੈਂਸਰ ਵਰਗੀਆਂ ਤੇ ਹੋਰ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਬਣਾ ਦਿੱਤਾ। ਸੋ ਇਹ ਸਭ ਤੋਂ ਵੱਡੀ ਗੱਲ ਹੋਈ ਜਿਹਨੇ ਸਾਡਾ ਅਰਥਚਾਰਾ ਤਬਾਹ ਕੀਤਾ। ਜਦ ਕਿ ਕਿਹਾ ਇਹ ਜਾਂਦਾ ਸੀਗਾ ਕਿ ਵੀ ਪੁਰਾਣੇ ਲੋਕ, ਬਜ਼ੁਰਗ ਦੱਸਦੇ ਆ ਕਿ ਉਹ ਲੋਕ ਛੱਪੜਾਂ ਤੋਂ ਪਾਣੀ ਪੀ ਲੈਂਦੇ ਸੀਗੇ। ਹੁਣ ਐਡੇ ਵੱਡੇ ਪਾਣੀ ਨੂੰ ਟਰੀਟ ਕਰਨ ਵਾਸਤੇ ਇੰਨੇ ਵੱਡੇ ਪ੍ਰੋਜੈਕਟ ਲਾਏ ਗਏ, ਪ੍ਰੋਜੈਕਟ ਹੀ ਕਹਿ ਸਕਦੇ, ਜਿਹੜਾ RO ਆ ਗਿਆ, ਜਿਹੜਾ ਫਿਲਟਰ ਆ ਗਿਆ ਸਾਰਾ, ਜਿਹਨੇ ਸਾਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਮਤਲਬ ਖੋਖਲੇ ਕੀਤਾ। ਹੁਣ RO ਦੀਆਂ ਵੀ ਗੱਲਾਂ ਨਿਕਲ ਰਹੀਆਂ, RO ਨੇ ਜਿਹੜਾ। ਸੋ ਕੁੱਲ ਮਿਲਾ ਕੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਮਾਡਰਨਾਈਜੇਸ਼ਨ ਹੈ ਤੇ ਵਿਸ਼ਵੀਕਰਨ ਹੈ, ਗਲੋਬਲਾਈਜੇਸ਼ਨ ਜਾਂ ਇਹਨੂੰ ਬਾਜ਼ਾਰੀਕਰਨ ਦੇ ਵਿੱਚ ਵੀ ਲੈ ਆਈਏ, ਇਹ ਸਾਰੀਆਂ ਚੀਜ਼ਾਂ ਨੇ ਰਲ ਕੇ ਸਾਡੇ ਪੰਜਾਬੀ ਅਰਥਚਾਰੇ ਨੂੰ ਬਹੁਤ ਵੱਡੀ ਢਾਲ ਲਾਈ ਹੈ। ਔਰ ਇਹ ਸਾਰੇ ਪਿੱਛੇ ਕਿਉਂਕਿ ਲੋਕ ਜਿਹੜੇ ਆ ਅਸੀਂ ਉਹ ਸਾਰੀ ਜਿਹੜੀ ਪਰਸੈਂਟੇਜ ਆ ਉਹ ਕੋਈ ਐਜੂਕੇਟਡ ਨਹੀਂ ਹੈਗੀ ਕਿ ਇਹਨਾਂ ਚੀਜ਼ਾਂ ਨੂੰ ਸਮਝ ਸਕਦੀ, ਇਹਨਾਂ ਪਿੱਛੇ ਤੱਤ ਕੀ ਨੇ। ਦੂਸਰਾ ਵੱਡਾ ਕਾਰਨ ਹੈ ਕਿ ਜਿਨ੍ਹਾਂ ਨੂੰ ਅਸੀਂ ਅਰਥ ਸ਼ਾਸਤਰੀ ਮੰਨ ਕੇ, ਜਿਨ੍ਹਾਂ ਤੇ ਟੇਕ ਲਾ ਕੇ ਬਹਿ ਗਏ ਕਿ ਸਾਡੇ ਅਰਥਚਾਰੇ ਨੂੰ ਦੇਖਣਾ ਇਹਨਾਂ ਦਾ ਕੰਮ ਆ, ਇਹ ਸਾਨੂੰ ਜਿਹੜੇ ਗੁਣਾ ਘਟਾਓ, ਜੋੜ ਘਟਾਓ ਜਿਹੜੇ ਹੈਗੇ ਆ ਉਹ ਕਰਕੇ ਦੇਣਗੇ, ਪਰ ਕਿਤੇ ਨਾ ਕਿਤੇ ਉਹ ਵੀ ਏਜੰਸੀਆਂ ਦੇ, ਕੰਪਨੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਵਿਕ ਗਈ। ਸੋ ਅਰਥਚਾਰੇ ਨੂੰ ਜੇ ਢਾਹ ਲਾਈ ਆ ਪੰਜਾਬ ਦੇ ਨੂੰ, ਤਾਂ ਉਹਦੇ ਬਹੁਤ ਵੱਡੇ ਕਾਰਨ ਨੇ। ਕਿਉਂਕਿ ਡਾਕਟਰ ਸਿੰਘ ਆਮ ਬੰਦਾ ਤਾਂ ਇਹਦੇ ਬਾਰੇ ਸੋਚ ਨਹੀਂ ਸਕਦਾ, ਅਸੀਂ ਉਹਨੂੰ ਦੋਸ਼ ਨਹੀਂ ਦੇ ਸਕਦੇ ਵੀ ਉਹ ਕਿਉਂ, ਕਿਉਂਕਿ ਉਹਨੂੰ ਤਾਂ ਅਸੀਂ ਖਾ ਕੇ ਸਿਰਜ ਕੇ, ਖਾ ਕੇ ਬਣਾ ਕੇ ਜੋ ਦਿੱਤੇ ਆ ਉਹਦੇ ਤੇ ਉਸੇ ਤਰ੍ਹਾਂ ਖੜਾ ਕੰਮ ਕਰ ਰਿਹਾ। ਸੋ ਅਰਥ ਸ਼ਾਸਤਰੀ ਜਿਹੜੇ ਹੈਗੇ ਨੇ ਉਹਨਾਂ ਨੇ ਕਿਤੇ ਆਪਣੀ
ਡਿਊਟੀ ਜਿਹੜੀ ਆ ਉਹ ਸਹੀ ਨਹੀਂ ਨਿਭਾਈ, ਇਹਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਸਹੀ ਨਹੀਂ ਨਿਭਾਈ, ਉਹ ਵੀ ਸਹੀ ਗੱਲ ਹੈ। ਔਰ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਨਾਮ ਤੇ ਜਿਹੜਾ ਪੰਜਾਬ ਦੇ ਪੱਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਾਈ ਜੀ, ਉਹਦੇ ਵਿੱਚ ਹੁਣ ਗੱਲਾਂ ਨਿਕਲ ਰਹੀਆਂ ਕਿ ਸਾਜ਼ਿਸ਼ ਦੇ ਤਹਿਤ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ। ਜੀ ਜੀ ਜੀ। ਕਿਸਾਨਾਂ ਦੇ ਨਾਲ ਧੋਖਾ ਕਿਵੇਂ ਕੀਤਾ ਗਿਆ ਕਿ ਉੱਥੇ ਜਿਹੜੇ ਮਾਹਰ ਬਿਠਾਏ ਗਏ, ਬੇਸ਼ੱਕ ਉਹ ਬਹੁਤ ਵਧੀਆ ਆਪਣੇ ਵਿਸ਼ੇ ਦੇ ਮਾਹਰ ਸੀ, ਐਕਸਪਰਟ ਸੀ, ਲੇਕਿਨ ਉਹਦੇ ਵਿੱਚ ਕੀਤਾ ਇਹ ਗਿਆ ਕਿ ਕਿਸਾਨਾਂ ਨੂੰ ਪੁੱਠੇ ਪਾਸੇ ਦਿਖਾ ਦਿਓ ਕਿ ਉਹਨਾਂ ਨੂੰ ਹਰੀ ਕ੍ਰਾਂਤੀ ਲਿਆਉਣ ਵਾਸਤੇ ਬਹੁਤ ਜ਼ਿਆਦਾ ਖਾਦਾਂ ਦੀ ਵਰਤੋਂ ਕਰਨੀ ਸੀ, ਪ੍ਰੇਰਿਤ ਕੀਤਾ, ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਸੁਧਰੇ ਹੋਏ ਬੀਜ ਲਾਓ ਜੀ, ਫਿਰ ਖਾਦਾਂ ਪਾਓ ਜੀ, ਫਿਰ ਕੀਟਨਾਸ਼ਕ ਪਾਓ ਜੀ। ਉਹਦੇ ਵਿੱਚ ਸਾਡਾ ਅਰਥਚਾਰਾ ਕਿਵੇਂ ਤਬਾਹ ਹੋਇਆ? ਉਹਦੇ ਵਿੱਚ ਅਰਥਚਾਰਾ ਇਸ ਤਰ੍ਹਾਂ ਤਬਾਹ ਹੋਇਆ ਕਿ ਜਿਹੜੇ ਖੇਤੀ ਮਾਹਰ ਸੀ ਉਹਨਾਂ ਨੇ ਜਾਣ ਬੁੱਝ ਕੇ ਕਮਿਸ਼ਨ ਖਾਣ ਦੇ ਲਾਲਚ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਸਮਾਂ ਲਿਆਂਦੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਮਹਿੰਗੀਆਂ ਸੀ। ਫਿਰ ਉਹਨਾਂ ਨੇ ਜਿਹੜੀਆਂ ਖਾਦਾਂ ਸੀਗੀਆਂ ਉਹਨਾਂ ਤੇ ਇੰਨਾ ਜ਼ਿਆਦਾ ਜਿਹੜੇ ਕਿਸਾਨ ਸੀ ਉਹਨਾਂ ਨੂੰ ਮੁਨੱਸਰ ਕਰਤਾ ਕਿ ਉਹ ਰੂੜੀ ਦੀ ਖਾਦ ਪਾਉਣੀ ਭੁੱਲ ਗਏ। ਪਿੰਡਾਂ ਦੇ ਵਿੱਚ ਬਕਾਇਦਾ ਸੈਮੀਨਾਰ ਕਰਨੇ ਕੀਤੇ ਇਹਨਾਂ ਨੇ ਉਸ ਨੂੰ ਪ੍ਰਮੋਟ ਕਰਨ ਵਾਸਤੇ, ਹਰੀ ਕ੍ਰਾਂਤੀ ਨੂੰ ਪ੍ਰਮੋਟ ਕਰਨ ਵਾਸਤੇ, ਔਰ ਮੁਨਾਫੇਖੋਰੀ ਨੂੰ ਅੱਗੇ ਰੱਖਿਆ ਇਹਨਾਂ ਨੇ। ਕੀ ਕਾਰਨ ਸੀ? ਨੇ ਮੁਨਾਫੇਖੋਰੀ ਨਹੀਂ ਰੱਖੀ, ਬਲਕਿ ਇਹਨਾਂ ਦੀ ਆਪਣੀ ਕਾਰਪੋਰੇਟਾਂ ਦੀ ਜਿਹੜੀ ਵਪਾਰੀਕਰਨ ਸੀਗਾ ਉਹਦੀ ਨੀਤੀ ਨੂੰ ਤਰਜੀਹ ਦਿੱਤੀ। ਹੁਣ ਮੈਂ ਇੱਥੇ ਇੱਕ ਨਾਮ ਨਹੀਂ ਲਵਾਂਗੀ ਜਿਹੜਾ ਅਰਥ ਸ਼ਾਸਤਰੀ ਅਸੀਂ ਬਹੁਤ ਜ਼ਿਆਦਾ ਜਿੱਥੇ ਟੇਕ ਲਾ ਕੇ ਰੱਖੀ, ਉਹਦਾ ਪੂਰੇ ਦਾ ਪੂਰਾ ਕੁਨਬਾ ਜਿਹੜਾ ਹੈਗਾ ਉਹ ਵਪਾਰੀਕਰਨ ਦੇ ਵਿੱਚ ਇੰਨਾ ਵੱਡਾ ਵਿਸ਼ਵਾਸ ਰੱਖਦਾ। ਉਹ ਕਹਿੰਦਾ ਖੂਹ ਖਾਤੇ ਜਾਵੇ ਖੇਤੀ ਤੇ ਖੂਹ ਖਾਤੇ ਜਾਵੇ ਕਿਸਾਨ, ਅਸੀਂ ਮੁਨਾਫਾ ਕਿਵੇਂ ਕਮਾਉਣਾ, ਉਸੇ ਦੇ ਹੱਥ ਅਸੀਂ ਸਾਰਾ ਅਰਥਚਾਰਾ ਦੇ ਕੇ ਮਤਲਬ ਜਿਹੜਾ ਫ੍ਰੀ ਹੋ ਕੇ ਬਹਿ ਗਏ ਕਿ ਸਾਨੂੰ ਉਹ ਬਹੁਤ ਕੁਛ ਸਿਰਜ ਕੇ ਦੇਗਾ, ਕਰਕੇ ਦੇਵੇਗਾ। ਔਰ ਉਹਨੇ ਇੰਨਾ ਵੱਡਾ ਗਲਬਾ ਪਾ ਲਿਆ ਕਿ ਨਾ ਤਾਂ ਸਾਡੇ ਜਿਹੜੇ ਪੋਲਿਟਿਕਸ ਦੇ ਵਿੱਚ ਬੈਠੇ ਲੋਕ ਸੀਗੇ, ਕਿਉਂਕਿ ਉਹ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ, ਕੁਝ ਕੁ ਨੂੰ ਛੱਡ ਕੇ ਸਾਰਿਆਂ ਦੀ ਅਸੀਂ ਗੱਲ ਨਹੀਂ ਕਰਦੇ, ਤੋ ਸੋ ਉਹਨਾਂ ਦੀ ਸੋਚਣ ਸ਼ਕਤੀ, ਕਿਉਂਕਿ ਉਹਨਾਂ ਨੂੰ ਆਪਣੀ ਜਿਹੜਾ ਹੈਗਾ ਉਹ ਐਸ਼ੋ ਇਸ਼ਰਤ ਤੋਂ ਵੇਲ ਨਹੀਂ ਮਿਲਦੀ ਕਿ ਉਹ ਇਸ ਪਾਸੇ ਸੋਚ ਲੈਣ, ਕਰ ਲੈਣ। ਹੈਰਾਨੀ ਵਾਲੀ ਗੱਲ ਇਹ ਹੈ ਡਾਕਟਰ ਸਾਹਿਬ ਕਿ ਜਿਹੜੀ ਸਾਡੀ ਐਗਰੀਕਲਚਰ ਯੂਨੀਵਰਸਿਟੀ ਹੈਗੀ ਆ, ਉਹ ਬਣਾਈ ਤਾਂ ਇਸ ਕਰਕੇ ਗਈ ਸੀ ਕਿ ਸਾਡੇ ਪੰਜਾਬ ਦਾ ਜਿਹੜਾ ਅਰਥਚਾਰਾ ਸੁਧਰੂਗਾ, ਔਰ ਜਿਹੜੀ ਭੂਗੋਲਿਕ ਸਥਿਤੀ ਆ ਉਹਨੂੰ ਮੱਦੇ ਨਜ਼ਰ ਰੱਖ ਕੇ ਚੀਜ਼ਾਂ ਜਿਹੜੀਆਂ ਸਿਰਜੀਆਂ ਗਈਆਂ ਸੀਗੀਆਂ ਉਹ ਸਾਰੀਆਂ ਗਈਆਂ ਸੀਗੀਆਂ। ਨਾ ਤਾਂ ਉਹ ਸਾਡੀ ਭੂਗੋਲਿਕ ਸਥਿਤੀ ਦੇ ਅਨੁਕੂਲ ਬੈਠੀ ਉਹ ਚੀਜ਼, ਔਰ ਮੇਰੇ ਖਿਆਲ ਕਈ ਏਕੜਾਂ ਦੇ ਵਿੱਚ ਅਸੀਂ ਉਹ ਬਿਲਡਿੰਗ ਖੜੀ ਕਰ ਲਈ, ਉੱਥੇ ਬਹੁਤ ਵੱਡਾ ਇੱਕ ਸਟਾਫ ਵੀ ਆਇਆ। ਤੋ ਅਰਥਚਾਰੇ ਨੂੰ ਅਚਾਉਣ ਵਾਸਤੇ ਜਿਹੜੇ ਉਪਰਾਲੇ ਕੀਤੇ ਗਏ ਉਹ ਪੂਰੀ ਤਰ੍ਹਾਂ ਫੇਲ ਸਾਬਤ ਹੋਏ। ਹੁਣ ਦੇਖੋ ਨਾ ਕਿੰਨੇ ਹਜ਼ਾਰ ਏਕੜ ਦੇ ਵਿੱਚ ਉਹ ਯੂਨੀਵਰਸਿਟੀ ਫੈਲੀ ਹੋਈ ਹੈ, ਉਹਦੇ ਬਹੁਤ ਸਾਰੇ ਉਪ ਖੇਤਰ ਵੀ ਬਣੇ ਹੋਏ। ਤਾਂ ਕਈ ਜਿਹੜੇ ਸੀਗੇ ਉਪ ਖੇਤਰ ਉਹਨਾਂ ਨੂੰ ਸਰਕਾਰ ਨੇ ਜ਼ਬਰਦਸਤੀ ਹਥਿਆ ਲਿਆ, ਉੱਥੇ ਕਮਰਸ਼ੀਅਲ ਪਲਾਂਟ ਲਗਾ ਦਿੱਤੇ, ਉਹ ਵੀ ਕਾਰਪੋਰੇਟਾਂ ਨੂੰ ਉਹਨਾਂ ਨੇ ਤਰਜੀਹ ਦਿੱਤੀ, ਠੀਕ ਆ। ਤਾਂ ਉੱਥੇ ਆਮ ਲੋਕਾਂ ਦੀ ਅਣਦੇਖੀ ਹੋਈ, ਠੀਕ ਆ। ਫਿਰ ਇਹਨਾਂ ਨੇ ਕੀਟਨਾਸ਼ਕ ਜਿਹੜੇ ਦਿੱਤੇ, ਕੀਟਨਾਸ਼ਕਾਂ ਤੇ ਇੰਨੀ ਕੁ ਟੇਕ ਰੱਖੀ ਕਿ ਉਹਨੂੰ ਸਖਤੀ ਨਾਲ ਸਮਝਾਉਣ ਦੀ ਬਜਾਏ ਸਿਰਫ ਉਹਨਾਂ ਨੂੰ ਰਿਕਮੈਂਡ ਕਰਤਾ, ਸਿਫਾਰਿਸ਼ ਕਰਤੀ ਕਿ ਆਹ ਕੀਟਨਾਸ਼ਕ ਪਾਓ ਜੀ। ਹੁਣ ਕੀਟਨਾਸ਼ਕਾਂ ਦੇ ਨਾਲ ਕੀ ਹੋਇਆ ਕਿ ਜਿੰਨਾ ਕੀਟਨਾਸ਼ਕ ਉਹਨਾਂ ਨੇ ਸਿਫਾਰਿਸ਼ ਕੀਤੀ, ਦੁਕਾਨਦਾਰ ਨੇ ਉਸ ਤੋਂ ਥੋੜਾ ਜਿਹਾ ਅੱਗੇ ਆਪਣੇ ਮੁਨਾਫੇ ਨੂੰ ਸਾਹਮਣੇ ਰੱਖਦੇ ਉਸ ਤੋਂ ਅੱਗੇ ਵੱਧ ਕੇ ਕਿਸਾਨ ਨੂੰ ਸਿਫਾਰਿਸ਼ ਕਰਤੀ ਕਿ ਜੀ ਇੰਨਾ ਕਿਹਾ, ਐਟਲੀਸਟ 3 ਗੁਣਾ ਜਿਹੜੀ ਆ ਇੰਨਾ ਕਿਹਾ। ਸੋ ਕਿਸਾਨ ਨੇ ਥੋੜੇ ਜਿਹੇ ਅੱਗੇ ਘਰ ਆ ਕੇ ਦੇਖਿਆ ਵੀ ਇੰਨਾ ਕੋਨੇ ਕੀ ਹੈ, ਆਪਾਂ ਕਾਮੇ ਨੂੰ ਕਹਿ ਦਈਏ, ਕਾਮਾ ਜਿਹੜਾ ਉਹਨੇ ਪਤਾ ਨਹੀਂ ਕਿੱਦਾਂ ਕਰਨਾ ਕਿੱਦਾਂ ਨਹੀਂ, ਇੰਨਾ ਪਾਉਣਾ। ਕਾਮੇ ਨੇ ਆਪਣੇ ਹਿਸਾਬ ਨਾਲ ਹੋਰ ਵਧਾਤਾ, ਸੋ 3-4 ਗੁਣਾ ਉਹ ਜਿਹੜੀ ਸੀ ਮਾਤਰਾ ਵੱਧ ਗਈ, ਤੇ ਉਸ ਦੇ ਨਾਲ ਕਿਸਾਨਾਂ ਨੂੰ ਉਪਜਾਊ ਦੀ ਥਾਂ ਤੇ ਬੰਜਰ ਹੋਣਾ ਪੈ ਗਿਆ ਜ਼ਮੀਨ ਨੂੰ, ਤੇ ਜ਼ਮੀਨ ਦੀ ਜਿਹੜੀ ਕੁੱਖ ਸੀਗੀ ਉਹ ਕੱਖੋਂ ਹੌਲੀ ਕਰ ਦਿੰਦੀ, ਜਿਹੜੀ ਉਹਦੀ ਫਰਟੀਲਾਈਜੇਸ਼ਨ ਪਾਵਰ ਸੀ ਖਤਮ, ਜ਼ਮੀਨ ਦੀ ਪੂਰੀ ਉਹ ਬਿਲਕੁਲ ਟੋਟਲ ਖਤਮ ਹੋ ਗਈ, ਜ਼ਹਿਰੀਲੀ ਹੋ ਗਈ ਇੱਕ ਤਰ੍ਹਾਂ ਨਾਲ। ਅੱਜ ਤੁਸੀਂ ਦੇਖੋ ਅਰਥਚਾਰਾ ਤਬਾਹ ਹੋ ਗਿਆ ਜੀ। ਇਹ ਸਿੱਧੀਆਂ ਚੀਜ਼ਾਂ ਜਿਹੜੀਆਂ ਨਿੱਕੀਆਂ ਆਪਾਂ ਵਿਚਾਰ ਰਹੇ ਡਾਕਟਰ ਸਾਹਿਬ ਜਿਹੜੇ ਰੱਖ ਰਹੇ ਆ, ਇਹ ਅਰਥਚਾਰੇ ਦੇ ਨਾਲ ਜੁੜਦੀਆਂ, ਇਸ ਕਰਕੇ ਸ਼ਾਇਦ ਤੁਹਾਨੂੰ ਲੱਗੇ ਕਿ ਵੀ ਇਹਨਾਂ ਦਾ ਇਹਦੇ ਨਾਲ ਕੀ ਮਤਲਬ ਹੈਗਾ। ਇਹ ਅਰਥਚਾਰੇ ਨਾਲ, ਕਿਉਂਕਿ ਪੰਜਾਬ ਐਗਰੀਕਲਚਰ ਲੈਂਡ ਹੈ, ਪੰਜਾਬ ਖੇਤੀਬਾੜੀ ਸੂਬਾ ਪ੍ਰਧਾਨ ਸੂਬਾ ਹੈਗਾ, ਜਿੱਥੋਂ ਦਾ ਅਰਥਚਾਰਾ ਟੋਟਲ ਖੇਤੀਬਾੜੀ ਤੇ ਨਿਰਭਰ ਸੀਗਾ। ਔਰ ਹੁਣ ਬਦਕਿਸਮਤੀ ਇਹ ਹੈ ਕਿ ਕੁਝ ਲੋਕਾਂ ਦੀ
ਜਿਹੜੀ ਮਿਲੀ ਭੁਗਤ ਦੇ ਨਾਲ ਉਹਨਾਂ ਨੇ ਆਪਣੇ ਕੁਨਬੇ ਨੂੰ, ਆਪਣੇ ਮੁਨਾਫੇ ਨੂੰ ਅੱਗੇ ਰੱਖਿਆ। ਦੂਸਰੀ ਗੱਲ, ਪਤਾ ਨਹੀਂ ਉਹ ਕਿਹੜੀਆਂ ਕੰਟਰੀਆਂ ਤੋਂ ਜਾ ਕੇ ਕਾਰਪੋਰੇਸ਼ਨ ਜਿਹੜਾ ਲਿਟਰੇਚਰ ਆ ਇਹਨਾਂ ਨੂੰ ਧਰਾਤਲ ਪਾ ਔਰ ਸਭ ਤੋਂ ਵੱਡੀ ਗੱਲ ਮੈਂ ਇੱਥੇ ਇੱਕ ਹੋਰ ਕਹਾਂਗੀ ਕਿ ਜਦੋਂ ਉਦਯੋਗੀਕਰਨ, ਵਪਾਰੀਕਰਨ ਦੀ ਨੀਤੀ ਆਈ, ਗੈਟ ਸਮਝੌਤਾ ਲਾਗੂ ਹੋਣ ਵਾਲਾ ਸੀ, ਉਸ ਵੇਲੇ ਸਾਡੇ ਵਰਗਿਆਂ ਨੇ ਕਾਲਜਾਂ ਦੇ ਵਿੱਚ ਸੈਮੀਨਾਰ ਕਰਵਾਇਆ ਕਿ ਗੈਟ ਸਮਝੌਤਾ ਨਹੀਂ ਹੋਣਾ ਚਾਹੀਦਾ। ਤੇ ਸਾਡੇ ਡਾਕਟਰ ਮਨਮੋਹਨ ਸਿੰਘ ਨੇ, ਜਿਹੜੇ ਬੜੇ ਉਦਾਰਵਾਦੀ ਅਖਵਾਉਂਦੇ ਸੀ, ਉਹਨਾਂ ਨੇ ਇਸ ਸਮਝੌਤੇ ਤੇ ਫਿਰ ਆਪਣੇ ਸਾਈਨ ਕਰ ਦਿੱਤੇ। ਸਾਡੇ ਅਰਥਸ਼ਾਸਤਰੀ ਤਾਂ ਉਦਾਰਵਾਦੀ ਬਿਲਕੁਲ। ਉਹਦੇ ਨਾਲ ਕੀ ਹੋਇਆ ਕਿ ਉਹ ਗੈਟ ਸਮਝੌਤੇ ਤੋਂ ਬਾਅਦ ਹੁਣ ਵਰਲਡ ਟ੍ਰੇਡ ਸੈਂਟਰ, ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜਿਹੜਾ WTO ਆ, ਉਹਦੇ ਆਧਾਰ ਤੇ ਹੁਣ ਇੱਕ ਵਿਸ਼ਵ ਬੈਂਕ ਬਣੀ ਹੋਈ, ਕਿਉਂਕਿ ਸਾਡਾ ਸਮਝੌਤਾ ਉਹਨਾਂ ਦੇ ਨਾਲ ਹੋਇਆ ਹੋਇਆ। ਇਸ ਕਰਕੇ ਉਹਨਾਂ ਦਾ ਵਿਸ਼ਵ ਬੈਂਕ ਦਾ ਪੂਰਾ ਜ਼ੋਰ ਲੱਗਿਆ, ਕਿਉਂਕਿ ਕਾਰਪੋਰੇਟਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਅਸੀਂ ਭਾਰਤ ਨੂੰ ਜਿੰਨਾ ਵੱਧ ਤੋਂ ਵੱਧ ਕਰਜ਼ਾ ਦੇਵਾਂਗੇ ਉਹਨਾਂ ਹੀ ਸਾਡੇ ਥੱਲੇ ਦੱਬ ਕੇ ਰਹੂ। ਔਰ ਭਾਰਤ ਕਿਉਂਕਿ ਆਪਣਾ ਵਿਕਾਸ ਕਰਨਾ ਚਾਹੁੰਦਾ, ਇਸ ਕਰਕੇ ਉਹਦੀਆਂ ਸਾਰੀਆਂ ਸ਼ਰਤਾਂ ਮੰਨੀ ਤੁਰਿਆ ਹੁੰਦਾ। ਉਹਦੇ ਨਾਲ ਕੀ ਹੋਇਆ ਕਿ ਕਾਰਪੋਰੇਟ ਜਿਹੜੇ ਸਾਡੇ ਭਾਰਤ ਦੇ ਵੀ ਹੈ, ਜਿਹੜੇ ਵਿਦੇਸ਼ੀ ਵੀ ਹੈ, ਸਾਡੀ ਉਪਜਾਊ ਜ਼ਮੀਨ ਤੇ ਅੱਖ ਰੱਖੀ ਬੈਠੇ ਆ, ਔਰ ਉਹਨਾਂ ਦੀਆਂ ਨੀਤੀਆਂ ਤੇ ਸਾਰਾ ਪਹਿਰਾ ਦਿੱਤਾ ਜਾ ਰਿਹਾ। ਉਹਨਾਂ ਦੀਆਂ ਨੀਤੀਆਂ ਦੇ ਤਹਿਤ ਹੀ ਇਹ 3 ਕਾਲੇ ਕਾਨੂੰਨ ਆਏ ਆ। ਉਹ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਡੇ ਕਿਸਾਨ ਭਰਾ ਸਾਲ ਹੋ ਗਿਆ ਦੇਖੋ ਸੜਕਾਂ ਤੇ ਰੁਲਦੇ ਪਏ ਆ, ਤੇ ਅਰਥਚਾਰੇ ਨੇ ਤਬਾਹ ਹੋਣਾ ਹੀ ਹੋਣਾ। ਬਿਲਕੁਲ। ਫਿਰ ਰੀਅਲ ਐਸਟੇਟ ਨੇ ਬੜਾ ਵੱਡਾ ਸਾਡਾ ਰੀਅਲ ਐਸਟੇਟ ਨੇ ਜਿਸ ਤਰ੍ਹਾਂ ਏਕੜਾਂ ਦੇ ਏਕੜ, ਹਜ਼ਾਰਾਂ ਏਕੜ, ਲੱਖਾਂ ਏਕੜ ਜ਼ਮੀਨ ਜਿਹੜੀ ਆ ਉਹਦੇ ਤੇ ਮਾਰਬਲ ਜੜ ਦਿੱਤੇ। ਕੁਝ ਡੇਰਿਆਂ ਨੇ ਰਹਿੰਦਾ ਖੁੰਡਾ ਪੱਠਾ ਪਾਤਾ, ਔਰ ਜਿੱਥੇ ਫਸਲ ਹੋਣੀ ਸੀਗੀ ਉਹ ਮਤਲਬ ਉੱਥੇ ਮਾਰਬਲ ਚੜਿਆ ਗਿਆ। ਉਹਦੇ ਕਾਰਨ ਵੀ ਅਸੀਂ, ਖੈਰ ਅਨਾਜ ਪੱਖੋਂ ਤਾਂ ਸਾਡਾ ਪੰਜਾਬ ਅੱਜ ਵੀ ਮੋਹਰੀ ਹੈ, ਜੇ ਅਸੀਂ ਕਹਿ ਲਈਏ ਕਿ ਕੋਈ ਗੱਲ ਕੀ ਹੈ, ਸਾਨੂੰ ਸਰਕਾਰਾਂ ਦੀ ਨੀਤੀਆਂ ਨੇ ਮਾਰ ਦਿੱਤਾ। ਜਦੋਂ ਸਾਡੇ ਵਿੱਚ ਝੋਨੇ ਵਰਗੀ ਜਿਹੜੀ ਆ ਉਹ ਫਸਲ ਲਿਆ ਕੇ, ਝੋਨਾ ਸਾਡਾ ਆਪਣਾ ਖਾਦ ਖੁਰਾਕ ਦਾ ਜ਼ਰੀਆ ਹਿੱਸਾ ਨਹੀਂ ਹੈ, ਬਿਲਕੁਲ ਨਹੀਂ ਹੈ ਹਿੱਸਾ। ਅਸੀਂ ਚੌਲ ਕਿੱਥੇ ਖਾਂਦੇ ਆ, ਕਣਕ ਖਾਣ ਵਾਲੇ ਲੋਕ ਸਾਡੇ ਪੌਣ ਪਾਣੀ ਦੇ ਅਨੁਕੂਲ ਹੀ ਨਹੀਂ ਹੈਗੇ। ਇਹਦੇ ਤੋਂ ਇਲਾਵਾ ਸਾਡੇ ਦੇ ਵਿੱਚ ਕਣਕ ਦਾ ਬੋਲਬਾਲ ਹੈ, ਬਾਜਰਾ ਹੁੰਦਾ ਸੀ, ਰਾਗੀ ਹੁੰਦੀ ਸੀ, ਕੁਟਕੀ ਹੁੰਦੀ ਸੀ, ਇਹੋ ਜਿਹੇ ਅਨਾਜ ਪ੍ਰਧਾਨਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੇ ਸੀ, ਇਹੀ ਕਾਰਨ ਹੈ ਕਿ ਸਾਡਾ ਸੂਬਾ ਕਿਉਂ ਖੁਸ਼ਹਾਲ ਸੀਗਾ। ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਉਗਾਉਂਦੇ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਦੋਂ ਇੰਨੇ ਧੜਕਣ ਪਾਣੀ ਦੇ ਸਾਧਨ ਨਹੀਂ ਸੀਗੇ ਜਿਵੇਂ ਅੱਜ ਅਸੀਂ ਜਗ੍ਹਾ ਟਿਊਬਵੈਲ 2 ਏਕੜ ਵਾਲੇ ਨੇ ਵੀ, 4 ਏਕੜ ਵਾਲੇ, 1.5 ਏਕੜ ਵਾਲੇ ਨੇ ਵੀ ਟਿਊਬਵੈਲ ਲਾਇਆ ਹੋਇਆ। ਇੰਨੇ ਕੁ ਮੈਂ ਕਹਿੰਦੀ ਹਾਂ ਵੀ ਹਰ 10 ਕਦਮ ਦੀ ਵਿੱਥ ਤੇ ਇੱਕ ਟਿਊਬਵੈਲ ਜਿਹੜਾ ਲੱਗਾ ਹੋਇਆ। ਇੰਨੀ ਕੁ ਛਲਣੀ ਕਰ ਦਿੱਤੀ ਅਸੀਂ ਧਰਤੀ ਮਾਂ ਦੀ ਛਾਤੀ ਕਿ ਬਸ ਕਹਿੰਦੀਆਂ ਗੱਲਾਂ। ਇੰਨਾ ਸ਼ੋਸ਼ਣ ਕੀਤਾ, ਇੰਨਾ ਬਲਾਤਕਾਰ ਕੀਤਾ ਅਸੀਂ, ਕੁਦਰਤੀ ਸਾਧਨਾਂ ਨੂੰ ਇੰਨਾ ਮਲਿਆ ਮੇਟ ਕੀਤਾ। ਕੁਝ ਛਾਤਰ ਅਸੀਂ ਕਾਮਨ ਮੈਨ ਦੀ ਗੱਲ ਨਹੀਂ ਕਰ ਰਹੇ, ਉਹਦਾ ਤਾਂ ਕੋਈ ਕਸੂਰ ਹੀ ਨਹੀਂ ਹੈ। ਕੁਝ ਛਾਤਰ ਦਿਮਾਗੀ ਘਾੜਿਆਂ ਨੇ ਕੀਤਾ ਜੋ ਕੁਝ ਕੀਤਾ, ਕਾਰਪੋਰੇਟਰ ਨਾਲ ਰਲ ਕੇ ਕੀਤਾ। ਔਰ ਹੁਣ ਦੇਖੋ ਤੁਸੀਂ ਪਿੱਛੇ ਜੇ ਮੱਤੇਵਾੜਾ ਜੰਗਲ ਦੀ ਕਟਾਈ ਸ਼ੁਰੂ ਹੋਣ ਲੱਗੀ ਸੀ, ਜੇ ਲੋਕ ਨਾ ਹਾਲ ਪਾਰਿਆ ਕਰਦੇ ਤਾਂ ਉਹ ਵੀ ਖਤਮ ਹੋ ਜਾਣਾ ਸੀ। ਬਿਲਕੁਲ। ਕਾਰਪੋਰੇਟ ਘਰਾਣਿਆਂ ਨੂੰ ਤਾਂ ਦੇਣ ਨੂੰ ਅਸੀਂ 1-1 ਰੁਪਏ ਪਿੱਛੇ ਵੀ ਤਿਆਰ ਹਾਂ, ਜਾਂ ਅਸੀਂ ਮੁਫਤ ਜਗ੍ਹਾ ਦੇਣ ਨੂੰ ਵੀ ਤਿਆਰ ਹਾਂ, ਪਰ ਅਸੀਂ ਆਪਣੇ ਅਰਥਚਾਰੇ ਨੂੰ, ਆਮ ਲੋਕਾਂ ਦੇ ਅਰਥਚਾਰੇ ਨੂੰ ਸੁਧਾਰਨ ਵਾਸਤੇ ਕੁਝ ਵੀ ਨਹੀਂ ਕਰ ਰਹੇ। ਹੁਣ ਦੂਸਰੀ ਗੱਲ ਦੇਖਣ ਵਾਲੀ ਡਾਕਟਰ ਸਾਹਿਬ, ਇਹ ਜਿਹੜੀਆਂ ਚੀਜ਼ਾਂ ਅਸੀਂ ਜੋ ਵੀ ਪ੍ਰਾਵਧਾਨ ਕੀਤਾ, ਜੋ ਇੱਥੇ ਅਸੀਂ ਸਟੰਟ ਖੇਡੇ, ਸਾਡੀਆਂ ਸਰਕਾਰਾਂ ਨੇ ਮਤਲਬ ਉਹਨੂੰ ਬਾਜ਼ਾਰੀਵਾਦ ਦਾ ਪ੍ਰਚਾਰ ਕੀਤਾ ਕਿ ਇੱਥੇ ਕਾਰਪੋਰੇਟ ਘਰਾਣਿਆਂ ਦਾ ਫੈਲਾਅ ਕੀਤਾ, ਉਹ ਕੀਤਾ ਸੀ ਅਰਥਚਾਰੇ ਨੂੰ ਬਚਾਉਣ ਵਾਸਤੇ, ਸੁਧਾਰਨ ਵਾਸਤੇ। ਹੋਇਆ ਕਿ ਤੁਸੀਂ ਦੱਸੋ, ਜਿੰਨੀਆਂ ਇੱਥੇ ਕੰਪਨੀਆਂ ਆਈਆਂ ਹੈਗੀਆਂ ਨੇ, ਜਿੰਨੇ ਇੱਥੇ ਮਾਲ ਹੈ, ਕਿੰਨੇ ਕੁ ਪੰਜਾਬੀ ਲੋਕਾਂ ਨੂੰ ਉਹਨਾਂ ਵਿੱਚ ਨੌਕਰੀਆਂ ਮਿਲੀਆਂ, ਔਰ ਉਹ ਜਿਹੜੇ ਜਿਹੜੇ ਉਹਨੂੰ ਗੁਜ਼ਰ ਬਸਰ ਆ ਉਹ ਬੜੀ ਖੁਸ਼ਹਾਲੀ ਦੇ ਨਾਲ ਕਰ ਰਹੇ ਆ। ਸੋ ਕੁੱਲ ਮਿਲਾ ਕੇ ਜਦੋਂ ਮੈਂ ਉੱਥੇ ਗੱਲ ਆ ਜਾਂਦੀ ਕਿ ਜਦੋਂ ਸਾਡੇ ਘਰਾਂ ਤੱਕ ਪੱਗ ਡੰਡੀਆਂ ਜਾਂਦੀਆਂ ਸੀ, ਕੱਚੀਆਂ ਵਿਹੜੇ ਖੁੱਲੇ ਸੀ, ਕੱਚੇ ਸੀ, ਪਰ ਕੱਚਿਆਂ ਵਿਹੜਿਆਂ ਦੇ ਵਿੱਚ ਅਨਾਜ ਦੇ ਢੇਰ ਲੱਗੇ ਹੁੰਦੇ ਸੀਗੇ, ਬਾਜਰੇ ਦੇ ਔਰ ਛੋਲਿਆਂ ਦੇ। ਉਹ ਸਾਡੀ ਖਾਦ ਖੁਰਾਕ ਦਾ ਹਿੱਸਾ ਸੀਗਾ, ਸਾਡੀ ਆਰਥਿਕਤਾ ਦਾ ਹਿੱਸਾ ਸੀਗਾ। ਅਸੀਂ ਇੱਕ ਦੂਸਰੇ ਦੇ ਨਾਲ ਡਿਸਟਰੀਬਿਊਸ਼ਨ ਕਰਦੇ ਸੀਗੇ। ਮੈਂ ਛੋਲੇ ਬੀਜਿਆ ਤਾਂ ਜਿਹਨੇ ਕਣਕ ਬੀਜੀ ਆ ਉਹਨੂੰ ਛੋਲੇ ਦੇਣੇ, ਔਰ ਦੂਸਰੇ ਆਪਣੀ ਕਣਕ ਲੈ ਲੈਣੀ। ਇਸੇ ਤਰ੍ਹਾਂ ਸਬਜ਼ੀਆਂ ਸੀ ਸਾਡੇ। ਹੁਣ ਤੁਸੀਂ ਦੇਖੋ, ਜਦੋਂ ਮੈਂ ਕਾਲਜ ਪੜ੍ਹਦੀ ਸੀ, ਮੈਂ ਉਸ ਦੀ ਗੱਲ ਦੱਸਦੀ ਹਾਂ। ਇੱਕ ਡਾਕਟਰ ਨੇ ਕਿਸੇ ਬੀਬੀ ਦਾ ਇਲਾਜ ਕੀਤਾ।
ਤੇ ਉਹਨੇ ਖੁਸ਼ ਹੋ ਕੇ ਉਹਨੂੰ ਨਾ ਘਰ ਦਾ ਪਿਓਰ ਦੇਸੀ ਘਿਓ ਜਿਹੜਾ ਸੀਗਾ ਉਹ ਲਿਆ ਕੇ ਦਿੱਤਾ। ਮੇਰੇ ਕਾਲਜ ਦੇ ਸਾਹਮਣੇ ਉਹਦਾ ਡਾਕਟਰ ਦੀ ਜਿਹੜੀ ਕਲੀਨਿਕ ਸੀ, ਔਰ ਵੀ ਬੜੀ ਖੁਸ਼ ਵੀ ਮੈਂ ਠੀਕ ਹੋ ਗਈ, ਤੇ ਉਹਨੇ ਮਤਲਬ ਕਿਸਾਨ ਪਰਿਵਾਰ ਤੋਂ ਸੀ ਘਿਓ ਲਿਆ ਕੇ ਦਿੱਤਾ। ਹੁਣ ਸ਼ਹਿਰੀ ਡਾਕਟਰ ਦੇ ਵਾਸਤੇ ਉਹ ਦੇਸੀ ਘਿਓ ਬਹੁਤ ਵੱਡੀ ਚੀਜ਼ ਸੀ, ਉਹ ਖੁਸ਼ ਹੋ ਗਿਆ। ਪਰ ਉਹ ਡਾਕਟਰ ਦਾ ਡਾਕਟਰ ਹੀ ਸੀ, ਉਹਨੇ ਲੈਬੋਰਟਰੀ ਦੇ ਵਿੱਚ ਜਾ ਕੇ ਚੈੱਕ ਕਰ ਲਿਆ ਵੀ ਘਿਓ। ਜਦੋਂ ਘਿਓ ਚੈੱਕ ਕੀਤਾ ਤੇ ਉਹਦੇ ਵਿੱਚ ਯੂਰੀਆ ਬੜੀ ਮਾਤਰਾ 'ਚ ਨਿਕਲੀ। ਕਿੰਨੇ ਪੁਰਾਣੀ ਗੱਲ ਮੈਂ ਤੁਹਾਨੂੰ ਦੱਸ ਰਿਹਾ, 10-12 ਸਾਲ ਪੁਰਾਣੀ ਗੱਲ। ਔਰ ਯੂਰੀਆ ਨਿਕਲੀ ਤੇ ਉਸਨੇ ਸ਼ੱਕ ਕਰਿਆ ਕਿ ਇਹ ਬੀਬੀ ਜਿਹੜੀ ਸੀਗੀ ਇਹਦੀ ਨੀਤ ਨਹੀਂ ਠੀਕ ਸੀ, ਇਹਨੇ ਮੈਨੂੰ ਯੂਰੀਆ ਪਾ ਕੇ ਉਹਦੇ ਵਿੱਚ ਘਿਓ ਦਿੱਤੀ। ਉਹ ਵਿਚਾਰੀ ਸਿੱਧੀ ਸਾਦੀ ਜੱਟੀ, ਉਹ ਕਹਿੰਦੀ ਵੀ ਮੈਂ ਤਾਂ ਇਦਾਂ ਦਾ ਕੁਝ ਕੀਤਾ ਨਹੀਂ, ਮੈਨੂੰ ਤਾਂ ਇਹ ਨਹੀਂ ਪਤਾ। ਅੱਛਾ, ਜਦੋਂ ਉਹਦਾ ਪੜਤਾਲ ਹੋਈ ਲੈਬੋਰਟਰੀ ਦੇ ਵਿੱਚ, ਪਤਾ ਲੱਗਿਆ ਕਿ ਜਿਹੜਾ ਚਾਰਾ ਪਸ਼ੂਆਂ ਨੂੰ ਪਾਇਆ ਜਾਂਦਾ ਹੈ ਨਾ, ਦਿੱਤਾ ਜਾਂਦਾ ਬਰਸੀਮ ਵਗੈਰਾ, ਉਹਦੇ ਵਿੱਚ ਯੂਰੀਆ ਪਾਈ ਜਾਂਦੀ। ਉਹ ਯੂਰੀਆ ਦਾ ਅਸਰ ਜਿਹੜਾ ਸੀਗਾ ਉਹਦੀ ਪਸ਼ੂ ਦੀ ਖੁਰਾਕ ਦੇ ਥਰੂ ਦੁੱਧ ਦੇ ਵਿੱਚ ਆ ਗਿਆ। ਉਸ ਦੁੱਧ ਦੇ ਵਿੱਚ ਤਾਂ ਗਿਆ ਹੀ ਗਿਆ। ਹੁਣ ਤਾਂ ਇਹ ਵੀ ਆ ਗਿਆ ਕਿ ਮਾਵਾਂ ਦੀਆਂ ਛਾਤੀਆਂ ਦੇ ਦੁੱਧ ਜਿਹੜੇ ਬੱਚੇ ਚੁੰਘ ਰਹੇ ਆ, ਉਹਨਾਂ ਦੇ ਵਿੱਚ ਵੀ ਯੂਰੀਆ, ਉਸ ਦੁੱਧ ਦੇ ਵਿੱਚ ਵੀ ਯੂਰੀਆ ਆ ਗਿਆ, ਸਾਡੇ ਆਪਣੇ ਸਰੀਰਾਂ 'ਚ ਯੂਰੀਆ ਆ ਗਿਆ। ਸੋ ਕਹਿਣ ਦਾ ਭਾਵ ਇਹ ਕਿ ਸਾਡੇ ਸਰੀਰਾਂ ਦੇ ਅੰਦਰ ਇੰਨੀ ਵੱਡੀ ਤਾਦਾਦ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਨੇ ਜਿਹੜਾ ਪੋਇਜ਼ਨ ਭੇਜੀ ਆ, ਕੈਮੀਕਲ ਭੇਜਿਆ, ਔਰ ਉਹਨੇ ਵੀ ਸਾਡੇ ਅਰਥਚਾਰੇ ਨੂੰ ਬਹੁਤ ਵੱਡੀ ਢਾਹ ਲਾਈ ਹੈ। ਜਦੋਂ ਅੱਜ ਦੇਖੋ ਤੁਸੀਂ ਹਰ ਕਦਮ ਤੇ ਹਸਪੀਟਲ ਖੁੱਲ੍ਹੇ ਪਏ ਨੇ, ਔਰ ਹਸਪੀਟਲਾਂ ਭਰੇ ਪਏ ਨੇ ਮਰੀਜ਼ਾਂ ਦੇ ਨਾਲ। ਐਸਾ ਕਿਸਮ ਦੀਆਂ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਿਹਾ ਹਰ ਤੀਜਾ ਚੌਥਾ ਬੰਦਾ। ਕੈਂਸਰ ਨਾਲ ਜੂਝ ਰਿਹਾ, ਡਾਇਬੀਟੀਜ਼ ਦੇ ਨਾਲ ਜੂਝ ਰਿਹਾ। ਔਰ ਇਹ ਬਿਮਾਰੀਆਂ ਕਿੱਥੋਂ ਆਈਆਂ? ਬਿਲਕੁਲ ਪਤਾ, ਇਹ ਬਿਮਾਰੀਆਂ ਆਈਆਂ ਸਾਨੂੰ ਸਾਡੀ ਨੇਚਰਲ ਜਿਹੜੀ ਕੁਦਰਤੀ ਖੁਰਾਕ ਸੀ ਉਹਦੇ ਨਾਲੋਂ ਤੋੜ ਦਿੱਤਾ ਗਿਆ। ਉਹਦੇ ਨਾਲ ਤੋੜ ਦਿੱਤਾ ਗਿਆ। ਪਹਿਲੀ ਗੱਲ, ਸਾਡੇ ਘਰਾਂ ਦੇ ਵਿੱਚੋਂ ਪਿੱਤਲ ਦੇ ਬਰਤਨ ਖਤਮ ਕਰਵਾ ਦਿੱਤੇ ਗਏ। ਫਿਰ ਸਾਡੇ ਜਿਹੜੇ ਆਪਣਾ ਦੇਸੀ ਘਿਓ ਸੀ ਉਹਦੇ ਤੋਂ ਪਰੇ ਕਰਕੇ ਸਾਨੂੰ ਰਿਫਾਈਨਡ ਆਇਲ ਤੇ ਲਾ ਦਿੱਤਾ ਗਿਆ। ਫਿਰ ਸਾਡੇ ਕੋਲ ਜਿਹੜੇ ਆਹ ਐਲੂਮੀਨੀਅਮ ਦੇ ਬਰਤਨ ਹੈ, ਪਲਾਸਟਿਕ ਦੇ ਬਰਤਨ ਹੈ, ਜਾਂ ਪਲਾਸਟਿਕ ਦੀਆਂ ਥੈਲੀਆਂ, ਇਹਨਾਂ ਦਾ ਸਾਨੂੰ ਸਹੂਲਤ ਦੇ ਦਿੱਤੀ ਗਈ। ਤਾਂ ਉਹਦੇ ਨਾਲ ਹੌਲੀ ਹੌਲੀ ਕਰਕੇ ਇਹ ਨਾਮੁਰਾਦ ਬਿਮਾਰੀਆਂ, ਇਹਨਾਂ ਦੇ ਅਸਰ ਸਾਡੇ ਸਰੀਰਾਂ 'ਚ ਗਏ, ਤੇ ਉਹਦੇ ਨਾਲ ਸਾਨੂੰ ਇਹ ਨਾਮੁਰਾਦ ਬਿਮਾਰੀਆਂ ਚੰਬੜੀਆਂ। ਜਿੱਥੇ ਇਸ ਵਪਾਰੀਕਰਨ ਨੇ, ਇਸ ਕਾਰਪੋਰੇਸ਼ਨ ਨੇ ਜਿੰਨਾ ਸਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਜਿਹੜਾ ਕਮਜ਼ੋਰ ਕੀਤਾ, ਬਿਮਾਰ ਕੀਤਾ, ਆਰਥਿਕ ਤੌਰ ਤੇ ਤਾਂ ਉਹਨਾਂ ਨੇ ਤੋੜਿਆ ਹੀ ਤੋੜਿਆ ਸਾਨੂੰ। ਨਿੱਕੀਆਂ ਗੱਲਾਂ ਜਿਹੜੀਆਂ ਇਸੇ ਚੀਜ਼ ਨਾਲ ਜੁੜਦੀਆਂ। ਜਦੋਂ ਅਸੀਂ ਖੁਸ਼ਹਾਲ ਸੀ, ਅਸੀਂ ਆਪਣੇ ਉਪਜੀਵਕਾ ਦੇ ਸਾਧਨ ਖੁਦ ਆਪਣੇ ਖੇਤਾਂ ਤੋਂ, ਕੁਦਰਤੀ ਸਾਧਨਾਂ ਤੋਂ ਜਦੋਂ ਉਪਲਬਧ ਕਰਦੇ ਸੀ, ਤਾਂ ਸਾਡੇ ਵਿੱਚ ਸੰਯਮਤਾ ਵੀ ਸੀ, ਸਾਡੇ ਵਿੱਚ ਸਬਰ ਵੀ ਸੀ, ਤੇ ਸਾਡੇ ਵਿੱਚ ਖੁਸ਼ਹਾਲੀ ਵੀ ਸੀ, ਜਿਹੜੀਆਂ ਕਿ ਜੀਵਨ ਦਾ ਆਧਾਰ ਹੁੰਦੀਆਂ ਨੇ। ਸੋ ਜਦੋਂ ਇਹ ਕਾਰਪੋਰੇਟ ਘਰਾਣੇ ਆਏ, ਜਦੋਂ ਵਪਾਰੀਕਰਨ ਹੋਇਆ, ਬਾਜ਼ਾਰਵਾਦ ਦਾ ਜਦੋਂ ਬੋਲਬਾਲਾ ਹੋਇਆ, ਬੇਚੈਨੀ ਆ ਗਈ, ਹਰੇਕ ਬੰਦੇ ਦੇ ਵਿੱਚ ਬੇਚੈਨੀ ਆ ਗਈ, ਔਰ ਲਾਲਸਾਵਾਂ ਵੱਧ ਗਈਆਂ, ਔਰ ਉਹਦੇ ਵਿੱਚੋਂ ਹੋਰ ਬਹੁਤ ਸਾਰੇ ਵਿਕਾਰ ਜਿਹੜੇ ਉਹ ਨਿਕਲ ਕੇ ਸਾਹਮਣੇ ਆਏ। ਇਹਦੇ ਵਿੱਚੋਂ ਪਰਮਵੀਰ ਭਰਾਤਰੀ ਭਾਵ ਜਿਹੜਾ ਸਾਡਾ ਗੁਆਚਿਆ, ਉਸ ਭਰਾਤਰੀ ਭਾਵ ਦੇ ਗੁਆਚਣ ਨਾਲ ਹਰੇਕ ਜਿਹੜਾ 1-2 ਏਕੜ ਵਾਲਾ ਬੰਦਾ ਵੀ ਸੀ, ਉਹਨੇ ਵੀ ਆਪਣਾ ਸੰਦ ਸੰਦੇੜਾ ਜਿਹੜਾ ਸੀ ਵੱਖਰਾ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਕਿ 2-4 ਘਰ ਮਿਲ ਕੇ ਅਗਰ ਲੈਂਦੇ ਤਾਂ ਉਹਨਾਂ ਦਾ ਗੁਜ਼ਾਰਾ ਬੜੀ ਆਸਾਨੀ ਨਾਲ ਹੋ ਸਕਦਾ ਸੀ। ਨਤੀਜਾ ਕੀ ਹੋਇਆ? ਨਤੀਜਾ ਇਹ ਹੋਇਆ ਕਿ ਉਹਨਾਂ ਨੂੰ ਕਰਜ਼ੇ ਨੇ ਦਬਾ ਲਿਆ। ਜਦੋਂ ਕਰਜ਼ੇ ਨੇ ਦਬਾ ਲਿਆ ਤਾਂ ਹੁਣ ਕਰਜ਼ੇ ਕਰਕੇ ਫਾਹੇ ਲੈ ਰਹੇ। ਫਿਰ ਸਾਡੇ ਨੱਕ ਨਮੋਜ ਨੇ ਸਾਨੂੰ ਇੰਨਾ ਕੁ ਤੰਗ ਕੀਤਾ, ਕੁੜੀ ਦਾ ਵਿਆਹ ਕਰਨਾ, ਮੁੰਡੇ ਦਾ ਵਿਆਹ ਕਰਨਾ, ਫਲਾਣੇ ਨੇ ਆਹ ਕੀਤਾ ਜੀ, ਮੈਂ ਕਿਉਂ ਨਾ ਕਰਾਂ। ਅਸੀਂ ਦੇਖਾ ਦੇਖੀ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਤੇ ਬੇਥਾ ਖਰਚੇ ਕੀਤੇ। ਉਹਦੇ ਨਾਲ ਅਸੀਂ ਮੈਰਿਜ ਪੈਲਸਾਂ ਦੇ ਵਿੱਚ ਜਾ ਕੇ ਫਿਰ ਫਾਹੇ ਲਏ, ਉਹ ਖਰਚੇ ਕੀਤੇ। ਉਹਦੇ ਨਾਲ ਸਾਡਾ ਅਰਥਚਾਰਾ ਹੋਰ ਤਬਾਹ ਹੋਇਆ। ਤੇ ਰਹਿੰਦੀ ਖੁੰਦੀ ਕਸਰ ਇਹਦੇ ਪਿੱਛੇ ਕਿਹਨੇ ਕੀਤੀ? ਸਾਡੇ ਗੀਤਕਾਰਾਂ ਤੇ ਸਾਡੇ ਗਾਇਕਾਂ ਨੇ ਸਾਡੀ ਜੜ ਵੱਢੀ। ਬਿਲਕੁਲ, ਜਿਨ੍ਹਾਂ ਨੇ ਲੰਡੀਆਂ ਜੀਪਾਂ ਤੇ ਕਿਸਾਨ ਜਾਂਦਾ ਜੀ, ਜੱਟ ਜਾਂਦਾ ਜੀ, ਆਹ ਹੁੰਦਾ ਜੀ, ਬੰਦੂਕਾਂ ਜੋੜਦੀਆਂ, ਹਥਿਆਰ ਜੋੜਦੇ, ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਸੀ ਉਹਨੇ ਇਸੇ ਨੂੰ ਆਪਣਾ ਸੱਭਿਆਚਾਰ ਮੰਨ ਲਿਆ। ਉਹਦੇ ਨਾਲ ਕੀ ਹੋਇਆ ਕਿ ਸਾਡੀ ਜਿਹੜੀ ਸਾਰੀ ਆਪਣੀ ਅਰਥਚਾਰਾ ਸੀ ਸਾਡਾ, ਉਹ ਸਾਰੇ ਦਾ ਸਾਰਾ ਤਬਾਹ ਹੋ ਗਿਆ। ਬਿਲਕੁਲ। ਸੋ ਬਹੁਤ ਸਾਰੇ ਕਾਰਨ ਨੇ, ਬਹੁਤ ਸਾਰੇ ਤੱਤ ਹੈ ਕਿ ਜਿਨ੍ਹਾਂ ਨੇ ਸਾਡੇ ਅਰਥਚਾਰੇ ਨੂੰ ਟੱਕ ਲਾਈ ਹੈ। ਛੋਟੀਆਂ ਸਾਨੂੰ ਮੁੱਦੇ ਵਿਚਾਰਨੇ ਪੈਣਗੇ। ਇਹ ਗੱਲਾਂ ਅਰਥਹੀਨ ਲੱਗਦੀਆਂ ਹੋਣਗੀਆਂ, ਪਰ ਅਸੀਂ ਨਿੱਕੀਆਂ ਗੱਲਾਂ ਨੂੰ ਵਿਚਾਰ ਕੇ ਹੀ ਸਮਝ ਸਕਾਂਗੇ ਕਿ ਸਾਡੇ ਅਰਥਚਾਰੇ ਨੂੰ
ਕਿੱਥੇ ਕਿੱਥੇ ਕਿਸ ਚੀਜ਼ ਨੇ ਢਾਹ ਲਾਈ ਆ, ਉਹਦੇ ਤੋਂ ਕਿਵੇਂ ਬਚਣਾ। ਅਗਲੀ ਗੱਲ, ਹਾਂਜੀ ਹਾਂਜੀ, ਜਿਹੜੇ ਸਾਡੇ ਵਿਕਾਸ ਦੇ ਨਾਂ ਤੇ ਸਾਡੇ ਸੈਂਟਰ ਨੇ ਜਾਂ ਸਾਡੇ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਜਾਲ ਵਿਛਾਏ ਨੇ, ਪੁਲਾਂ ਦੇ ਜਾਲ ਵਿਛਾਏ ਨੇ, ਉਹਦੇ ਵਿੱਚ ਕਿੰਨੀਆਂ ਜ਼ਮੀਨਾਂ ਘੱਟ ਮੁੱਲ ਤੇ ਅਕਵਾਇਰ ਕੀਤੀਆਂ, ਔਰ ਕਿੰਨੀ ਜ਼ਮੀਨ ਜਿਹੜੀ ਸੀ ਖੇਤੀਬਾੜੀ ਵਾਲੀ ਉਹ ਤਬਾਹ ਹੋਈ, ਉਹਦਾ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਨਾ ਤਾਂ ਕਿਸਾਨ ਨੂੰ ਉਸ ਦਾ ਪੂਰਾ ਮੁੱਲ ਮਿਲਿਆ ਤੇ ਨਾ ਹੀ ਉਸ ਰਾਜ ਮਾਰਗ ਨੇ ਸਾਡਾ ਕੁਝ ਸੰਵਾਰਿਆ। ਕਿਹਾ ਜਾਂਦਾ ਹੈ ਕਿ ਜਿਹੜੇ ਵਿਕਾਸ ਦੇ ਮਾਰਗ ਨੇ, ਇਹ ਇੰਨੀਆਂ ਵੱਡੀਆਂ ਚੌੜੀਆਂ ਸੜਕਾਂ ਨੇ, ਇਹ ਸਾਡੇ ਵਿਕਾਸ ਦਾ ਸਾਧਨ। ਉਹ ਭਾਈ ਸਾਡੇ ਵਿਕਾਸ ਦਾ ਸਾਧਨ ਨਹੀਂ, ਤੁਸੀਂ ਬਿਹਤਰ ਦੱਸ ਸਕਦੇ ਹੋ ਕਿ ਸੜਕਾਂ ਦਾ ਕਾਰਨ ਸਾਡੇ ਵਿਕਾਸ ਦਾ ਸਾਧਨ ਨਹੀਂ ਬਣੀਆਂ, ਸਾਡੇ ਵਿਨਾਸ਼ ਦਾ ਸਾਧਨ ਬਣ ਗਈਆਂ ਉਹ ਕਿਤੇ ਨਾ ਕਿਤੇ। ਚਲੋ ਇਹ ਇੱਕ ਵੱਖਰਾ ਵਿਸ਼ਾ ਹੈ ਡਾਕਟਰ ਸਾਹਿਬ, ਜਿਹੜਾ ਇਹ ਕਿਸ ਮਕਸਦ ਦੇ ਲਈ ਬਣੀਆਂ ਹੈਗੀਆਂ, ਜਾਲ ਵਿਛਾਇਆ ਗਿਆ ਇਹ। ਕਿਉਂਕਿ ਗੱਲ ਫਿਰ ਘੁੰਮ ਘੁਮਾ ਕੇ ਉੱਥੇ ਆ ਜਾਂਦੀ ਆ ਕਿ ਕਾਰਪੋਰੇਟ ਘਰਾਣਿਆਂ ਨੂੰ, ਵਪਾਰੀਆਂ ਨੂੰ ਕਿਵੇਂ ਬਿਜੀ ਰੱਖਣਾ ਹੈ, ਕਿਵੇਂ ਬਿਜੀ ਰੱਖਣਾ ਹੈ ਇੱਥੇ ਆ ਕੇ ਸਾਡੇ। ਜੇ ਹੁਣ ਤੁਸੀਂ ਟੋਲ ਪਲਾਜ਼ਿਆਂ ਦੀ ਗੱਲ ਕਰ ਲਓ, ਕਿੰਨੀਆਂ ਜੇਬਾਂ ਤੇ ਵੱਡਾ ਡਾਕਾ ਸੀਗਾ, ਹਰ ਆਮ ਨਾਗਰਿਕ ਦੀ ਜੇਬ ਤੇ ਕਿੰਨਾ ਵੱਡਾ ਡਾਕਾ ਸੀਗਾ। ਔਰ ਉੱਥੇ ਸਾਰੇ ਬਾਹਰਲੀਆਂ ਸਟੇਟਾਂ ਦੇ ਲਿਆ ਕੇ ਬੰਦੇ ਇਹਨਾਂ ਨੇ ਕਰਮਚਾਰੀ ਬਿਠਾਏ ਹੋਏ ਸੀਗੇ। ਕੁੱਲ ਮਿਲਾ ਕੇ ਘੁੰਮ ਘੁਮਾ ਕੇ ਉਸੇ ਪੁਆਇੰਟ ਤੇ, ਮਰਕਜ਼ੀ ਪੁਆਇੰਟ ਤੇ ਆ ਕੇ ਸਾਨੂੰ ਖੜਨਾ ਪਏਗਾ। ਪੰਜਾਬ ਖੁਸ਼ਹਾਲ ਸੂਬਾ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ। ਔਰ ਕੁਦਰਤੀ ਸਾਧਨਾਂ ਦਾ ਭੰਡਾਰ ਇੰਨਾ ਵਿਸ਼ਾਲ ਸੀ ਕਿ ਸਾਨੂੰ ਲੋੜ ਹੀ ਨਹੀਂ ਸੀ ਨਾ ਵਿਦੇਸ਼ਾਂ ਦੇ ਵਿੱਚ ਜਾ ਕੇ ਗੁਲਾਮੀ ਕਰਨ ਦੀ, ਨੌਕਰੀਆਂ ਕਰਨ ਦੀ, ਤੇ ਨਾ ਹੀ ਕਿਸੇ ਹੋਰ ਵੱਲ ਝਾਕਣ ਦੀ ਲੋੜ ਸੀ। ਪਰ ਇਹ ਅੱਖ ਤਿੰਨ ਸੀ ਸਾਰਿਆਂ ਦੀ, ਇੱਥੋਂ ਤੱਕ ਕਿ ਇਕੱਲੇ ਅਸੀਂ ਕਹਿੰਦੇ ਸਾਡੇ ਭਾਰਤ ਦੀ ਨਹੀਂ, ਵਿਦੇਸ਼ਾਂ ਦੀ ਵੀ ਇਹਦੇ ਤੇ ਅੱਖ ਸੀ ਕਿ ਇੰਨਾ ਵਿਸ਼ਾਲ, ਇੰਨਾ ਖੁਸ਼ਹਾਲ, ਇੰਨਾ ਕੁਦਰਤੀ ਸਾਧਨਾਂ ਦਾ ਭੰਡਾਰ ਜਿਹੜਾ ਸੂਬਾ ਪੰਜਾਬ ਆ, ਸਟੇਟ, ਇਹਦੇ ਤੋਂ ਇਹ ਸਾਰਾ ਕੁਝ ਕਿਵੇਂ ਖੋਣਾ। ਅੱਛਾ, ਇੱਕ ਗੱਲ ਹੋਰ, ਟੋਲ ਪਲਾਜ਼ੇ ਤੇ ਇੱਕ ਗੱਲ ਹੋਰ ਯਾਦ ਆ ਰਹੀ ਹੈ ਜੀ। ਟੋਲ ਪਲਾਜ਼ੇ ਤੇ ਅਸੀਂ ਹਰ ਜਿਹੜੀ ਗੱਡੀ ਲੰਘਦੀ ਹੈ ਉਹ ਟੋਲ ਦਿੰਦੇ, ਵੱਜਵਾਂ ਟੋਲ ਦਿੰਦੇ, ਠੀਕ ਹੈ। ਪਤਾ ਨਹੀਂ ਕਿੰਨੇ ਕੁ ਰਾਜਮਾਰਗ ਦੇ ਉੱਤੇ ਟੋਲ ਪਲਾਜ਼ੇ ਬਣੇ ਹੋਏ ਆ ਕਿ ਕਿੰਨੇ ਕੁ ਪੈਸੇ ਲੈਂਦੇ ਆ ਜੀ। ਸਭ ਤੋਂ ਪਹਿਲਾਂ ਜਦੋਂ ਬੰਦਾ ਗੱਡੀ ਖਰੀਦਦਾ ਉਹਨੂੰ ਰੋਡ ਟੈਕਸ ਦੇਣਾ ਪੈਂਦਾ ਜੀ। ਗੱਡੀ ਆਰਸੀ ਬਣਦੀ, ਉਹਦੇ ਵਿੱਚ ਰੋਡ ਟੈਕਸ ਲਿਆ ਜਾਂਦਾ ਜੀ ਜੀ। ਉਸ ਤੋਂ ਬਾਅਦ ਤੀਜੇ ਥਾਂ ਤੇ ਆ ਕੇ ਤੁਸੀਂ ਫਿਰ ਟੋਲ ਪਲਾਜ਼ੇ ਤੇ ਦਿੰਦੇ। ਇੱਕ ਗੱਡੀ ਦਾ ਅਸੀਂ ਸਾਰੀ ਉਮਰ ਟੈਕਸ ਦਿੰਦੇ ਤੁਰੇ ਆਉਂਦੇ ਆ, ਤਾਂ ਇਹ ਸਾਡੇ ਅਰਥਚਾਰੇ ਨੂੰ ਢਾਹ ਨਹੀਂ ਲੱਗਦੀ। ਬਿਲਕੁਲ ਬਿਲਕੁਲ। ਅਸੀਂ ਲੈਣਾ ਹੀ ਕੀ ਉਸ ਗੱਡੀ ਤੋਂ, ਜਿਹੜਾ ਪੈਟਰੋਲ ਪਾਇਆ ਬਿਨਾਂ ਵਜ੍ਹਾ ਜੇਬ ਤੇ, ਬਿਨਾਂ ਵਜ੍ਹਾ ਉਹਨੂੰ ਟੈਂਕੀਆਂ ਫੁੱਲ ਕੀਤੀਆਂ। ਹੁਣ ਕਿੱਥੇ ਸਾਨੂੰ ਢਾਹ ਲੱਗੀ ਅਰਥਚਾਰੇ ਨੂੰ। ਅਸੀਂ ਗੇੜੀਆਂ, ਸਾਡੇ ਨੌਜਵਾਨ ਮੁੰਡੇ ਜਿਹੜੇ ਸੀ ਗੇੜੀਆਂ ਮਾਰਦੇ, ਪਰ ਚਲੋ ਹੁਣ ਤਾਂ ਖੈਰ ਜਦੋਂ ਦੇ ਹਾਲਾਤ ਵਿਗੜੇ ਨੇ ਕੁਛ ਹੀ ਕੰਮ ਘਟਿਆ। ਹੁਣ ਆ ਦੇਖੋ ਕਿਸਾਨੀ ਅੰਦੋਲਨ ਦੇ ਵਿੱਚ ਹੀ ਵੀ ਹੁਣ ਤੱਕ ਦਾ ਕਹਿੰਦੇ ਕਈ ਸੈਂਕੜੇ ਕਰੋੜਾਂ ਦਾ ਖਰਚਾ ਜਿਹੜਾ ਉਹ ਪੈਟਰੋਲ ਦੇ ਥਰੂ ਆ ਗਿਆ, ਅਸੀਂ ਚਲਾ ਗਿਆ, ਕਿਸਾਨਾਂ ਦੀਆਂ ਜੇਬਾਂ ਦੇ ਵਿੱਚੋਂ ਚਲਾ ਗਿਆ। ਸੋ ਕੁੱਲ ਮਿਲਾ ਕੇ ਸਰਕਾਰਾਂ ਦੀ ਨੀਤੀ ਦੇ ਨਾਲ। ਇਸ ਤੋਂ ਬਾਅਦ ਫਿਰ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਸਾਡੇ ਤਿਉਹਾਰ ਨੇ, ਤਿੱਥ ਤਿਉਹਾਰ ਨੇ, ਠੀਕ ਆਪਾਂ ਖੁਸ਼ੀ ਮਨਾਉਣੀ ਆ, ਮਨਾਈਏ। ਵਿਆਹਾਂ ਦੇ ਵਿੱਚ ਜਾਂ ਅਸੀਂ ਦੀਵਾਲੀ ਜਾਂ ਅਸੀਂ ਦੁਸਹਿਰਾ ਜੋ ਵੀ ਮਨਾਉਂਦੇ ਆ, ਇਹਦੇ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਰੁਪਈਆਂ ਨੂੰ ਅੱਗ ਲਾਉਂਦੇ। ਬਿਲਕੁਲ ਬਿਲਕੁਲ। ਕਿਵੇਂ ਲਾਉਂਦੇ ਆ ਕਿ ਅਸੀਂ ਬੰਬ ਪਟਾਕੇ ਫਲਾਉਣਾ ਜੀ, ਆਹ ਚਲਾਓ ਉਹ ਚਲਾਓ, ਇਹ ਇੱਕ ਤਰ੍ਹਾਂ ਨਾਲ ਰੁਪਈਆਂ ਨੂੰ ਅੱਗ ਲਾਉਣ ਵਾਲੀ ਗੱਲ ਹੈ। ਬੜਾ ਸ਼ੋਸ਼ਾ ਕੱਢਿਆ ਜਾਂਦਾ ਜੀ ਕਿ ਮੈਂ 50,000 ਦੇ ਪਟਾਕੇ ਇਸ ਵਾਰ ਚਲਾਏ। ਤਾਂ ਉਹ ਤਾਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਅਗਲੇ ਨੇ ਸਿੱਧੀ ਆਪਣੇ ਨੋਟਾਂ ਨੂੰ ਅੱਗ ਲਾਈ ਹੈ। ਕਿਉਂਕਿ ਇੱਕ ਵਾਰੀ ਤੁਸੀਂ ਪਟਾਕਾ ਚਲਾ ਲਿਆ, ਪਟਾਕਾ ਠਾ ਲੈ ਕੇ ਵੱਜ ਗਿਆ, ਉਹ ਚੋਂ ਕੀ ਮਿਲਿਆ? ਆਨੰਦ ਇੱਕ ਘੜੀ ਦਾ, ਇੱਕ ਸੈਕਿੰਡ ਦਾ। ਉਸ ਤੋਂ ਬਾਅਦ ਉਹ ਕੀ ਹੈ? ਕੱਖ ਵੀ ਨਹੀਂ, ਰਾਖ ਹੋ ਗਿਆ। ਤੇ ਇਹਦੇ ਨਾਲ ਸਿੱਧੀ ਨੋਟਾਂ ਨੂੰ ਅੱਗ ਲਾ ਲਿਆ ਕਰੋ। ਇੱਕ ਹੋਰ ਵੀ ਡਾਕਟਰ ਸਾਹਿਬ, ਇਹਦੇ ਨਾਲ ਕੇਵਲ ਤੁਸੀਂ, ਤੁਹਾਡਾ ਤਾਂ ਆਨੰਦ ਹੋ ਗਿਆ, ਜਿੰਨੇ ਪੰਛੀ ਵਿਚਾਰੇ ਦਾ ਨੁਕਸਾਨ ਹੁੰਦਾ ਹੈ, ਜਿੰਨੇ ਬਿਮਾਰ ਹੈ, ਉਹਨਾਂ ਦਾ ਕਿੰਨਾ ਬੁਰਾ ਹਾਲ ਹੁੰਦਾ। ਸੋ ਕਈ ਵਾਰੀ ਨਾ ਮੈਂ ਵੀ ਬੜੇ ਸਾਲਾਂ ਤੋਂ ਚਿੱਠੀਆਂ ਵੀ ਲਿਖੀਆਂ ਡੀਸੀਆਂ ਨੂੰ ਵੀ, ਔਰ ਜਿਹੜੇ ਡੀਸੀ ਸਾਹਿਬ ਸੀ ਜਿਹੜੇ, ਔਰ ਸਰਕਾਰਾਂ ਨੂੰ ਵੀ ਕਿ ਇਹਨੂੰ ਬੰਦ ਕਰੋ, ਇਸ ਨੂੰ ਬੰਦ ਕਰਨਾ ਚਾਹੀਦਾ। ਪਰ ਕੀ ਹੈ ਕਿ ਉਹ ਫਾਰਮੈਲਿਟੀ ਪੂਰੀ ਕਰ ਦਿੰਦੇ ਨੇ, ਔਰ ਉਹ ਇਸ ਕਰਕੇ ਨਹੀਂ ਕਿਉਂਕਿ ਉੱਥੋਂ ਉਹਨਾਂ ਨੂੰ ਮਿਲਦਾ ਹੈ ਆਪਣਾ ਵੱਡੇ ਪੱਧਰ ਤੇ ਫੰਡ ਮਿਲਦਾ। ਅੱਛਾ ਹੁਣ ਹੋਰ ਸੁਣੋ, ਅਸੀਂ ਪਾਣੀ 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 ਚਿੱਲਾ ਰਹੇ ਹਾਂ, ਚੀਖ ਰਹੇ ਹਾਂ ਕਿ ਪਾਣੀ ਪਾਣੀ ਘਟ ਰਿਹਾ ਘਟ ਰਿਹਾ ਘਟ ਰਿਹਾ। ਸਾਡੀਆਂ ਘਰਾਂ ਦੇ ਵਿੱਚ ਬੀਬੀਆਂ ਜਦੋਂ ਕੱਪੜੇ ਧੋਂਦੀਆਂ ਉਹ ਟੂਟੀ ਨੂੰ ਖੁੱਲ੍ਹਾ ਹੀ ਛੱਡਦੀਆਂ। ਬਿਲਕੁਲ। ਜਿੰਨਾ ਚਿਰ ਕੱਪੜੇ ਧੋਈ ਜਾਣਗੀਆਂ ਪਾਣੀ ਫਾਲਤੂ ਵਗੀ ਜਾਊਗਾ, ਇਹ ਨਹੀਂ ਦੇਖਣਾ ਕਿ ਟੱਬ ਭਰ ਗਿਆ,
ਇਹਨੂੰ ਬੰਦ ਕਰ ਦਿੱਤਾ ਜਾਵੇ। ਉਧਰ ਮੀਟਰ ਵੀ ਘੁੰਮੀ ਜਾਣ। ਹਾਂ, ਜਦੋਂ ਉਧਰੋਂ ਪਾਣੀ ਬਰਤਨ ਧੋਂਦੀਆਂ ਉਦੋਂ ਵੀ ਟੂਟੀ ਹਮੇਸ਼ਾ ਖੁੱਲੀ ਰੱਖਦੀ। ਜੀ ਜੀ। ਜਦੋਂ ਅਸੀਂ ਟੁੱਥ ਬਰਸ਼ ਕਰਦੇ ਹਾਂ, ਸਿੰਕ ਦੇ ਸਾਹਮਣੇ ਖੜ ਕੇ ਅਸੀਂ ਬਰਸ਼ ਕਰੀ ਜਾਂਦੇ ਹਾਂ, ਨਾਲ ਸਾਡੀ ਟੂਟੀ ਖੁੱਲੀ ਰਹਿੰਦੀ। ਠੀਕ ਹੈ, ਪਾਣੀ ਅਸੀਂ ਨਹਾਉਂਦੇ ਹਾਂ, ਪਾਣੀ ਬੇਥਾ ਵਗਾਈ ਜਾਂਦੇ। ਆਰਓ ਦੇ ਵਿੱਚ ਪਾਣੀ ਬੇਥਾ ਥੱਲੇ ਅਜਾਈ ਚਲੇ ਜਾਂਦਾ, ਜਿਹੜਾ ਕਿਸੇ ਕੰਮ ਨਹੀਂ ਆਉਂਦਾ। ਇਸੇ ਤਰੀਕੇ ਨਾਲ ਅਸੀਂ ਗੱਡੀਆਂ ਧੋਣੇ ਆ, ਗੱਡੀਆਂ ਅਸੀਂ 2-2 ਇੰਚੀ ਪਾਈਪ ਲਾ ਕੇ ਰੋਜ਼ ਗੱਡੀ ਧੋਣੀ ਹੈ, ਤਾਂ ਪਾਣੀ ਨੇ ਆਪੇ ਖਤਮ ਹੋਣਾ। ਫਿਰ ਸਾਡੀਆਂ ਟੈਂਕੀਆਂ ਫੁੱਲ ਹੋ ਜਾਂਦੀਆਂ, ਸਾਨੂੰ ਕੋਈ ਪਰਵਾਹ ਨਹੀਂ ਕਿ ਟੈਂਕੀ ਫੁੱਲ ਹੋਈ ਆ ਅਸੀਂ ਜੀ ਬੰਦ ਕਰ ਦਈਏ। ਕਈ ਘੰਟੇ ਟੈਂਕੀਆਂ ਚੱਲਦੀਆਂ ਰਹਿੰਦੀਆਂ, ਓਵਰਫਲੋਇੰਗ ਹੋਈ ਜਾਂਦੀ ਆ। ਹਾਂ, ਗਾਰਡਨਿੰਗ ਦੇ ਵਿੱਚ ਅਸੀਂ ਬਿਨਾਂ ਮਤਲਬ ਤੋਂ ਜਾਂ ਤਾਂ ਅਸੀਂ ਪਾਣੀ ਦੇਈ ਜਾਂਦੇ ਹਾਂ ਜਾਂ ਅਸੀਂ ਸਵੇਰੇ ਸ਼ਾਮ ਦੇਈ ਜਾਂਦੇ। ਇਹ ਨਹੀਂ ਦੇਖਣਾ ਵੀ ਕਿੰਨਾ ਬੂਟੇ ਨੂੰ ਪਾਣੀ ਚਾਹੀਦਾ ਕਿੰਨਾ ਨਹੀਂ ਚਾਹੀਦਾ। ਸੋ ਨਿੱਕੀਆਂ ਨਿੱਕੀਆਂ ਗੱਲਾਂ ਨੇ, ਲੇਕਿਨ ਅਸੀਂ ਬਹੁਤ ਅਲਗਰਜ ਹੋ ਚੁੱਕੇ ਹਾਂ ਇਹਨਾਂ ਚੀਜ਼ਾਂ ਪਿੱਛੇ, ਤੇ ਇਸ ਕਰਕੇ ਸਾਡੇ ਅਰਥਚਾਰੇ ਨੂੰ ਢਾਹ ਲੱਗ ਰਹੀ। ਸਾਡੇ ਅਰਥ ਸ਼ਾਸਤਰੀ ਇਹ ਚੀਜ਼ਾਂ ਨਹੀਂ ਵਿਚਾਰ ਕੇ ਇੱਕ ਆਮ ਬੰਦੇ ਦੀ ਜ਼ਿੰਦਗੀ ਦੇ ਜਿਹੜੇ ਲੋੜਾਂ ਹੈਗੀਆਂ ਨੇ ਉਹਨਾਂ ਨੂੰ ਨਾ ਵਿਚਾਰ ਕੇ ਇੱਕ ਪਾਸੇ ਰੱਖ ਕੇ ਉਹ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੇ ਨਾਲ ਬੈਠਦੇ ਨੇ ਜਦੋਂ ਵੀ ਕੋਈ ਆਪਣਾ ਇਹ ਇੱਕ ਪ੍ਰੋਗਰਾਮ ਬਣਾਉਂਦੇ ਨੇ, ਔਰ ਉਹਨਾਂ ਦੇ ਹੀ ਖਰਚਿਆਂ ਨੂੰ ਮੱਦੇਨਜ਼ਰ ਰੱਖਦੇ ਨੇ। ਫਿਰ ਉਹਦੇ ਵਾਸਤੇ ਉਹਨਾਂ ਨੇ ਇੰਡਸਟਰੀਅਲਾਈਜੇਸ਼ਨ ਜਿਹੜੀ ਹੋਈ ਠੀਕ ਆ, ਇਹਦੇ ਨਾਲ ਪਰਮਵੀਰ ਦੇਖੋ ਕਿੰਨਾ ਮਾਫੀਆ ਉੱਠਿਆ, ਸ਼ਰਾਬ ਦਾ ਮਾਫੀਆ ਉਹਨੇ ਢਾਹ ਲਾਈ ਸਾਡੇ ਸਰਕਾਰੀ ਅਰਥਚਾਰੇ ਨੂੰ, ਰੇਤ ਦਾ ਮਾਫੀਆ, ਜਿੰਨੇ ਮਾਈਨਿੰਗ ਮਾਫੀਆ ਹੈਗੇ ਆ ਪੰਜਾਬ ਦੇ ਵਿੱਚ, ਨਸ਼ੇ ਦਾ ਮਾਫੀਆ, ਇਹਨਾਂ ਸਾਰਿਆਂ ਨੇ ਸਾਡੇ ਅਰਥਚਾਰੇ ਨੂੰ ਢਾਹ ਲਾਈ ਹੈ। ਇਹਨਾਂ ਨੂੰ ਨੱਥ ਪਾ ਲਈ ਜਾਵੇ ਤਾਂ ਸਾਡਾ ਪੰਜਾਬ ਖੁਸ਼ਹਾਲ ਹੋ ਸਕਦਾ। ਅਜੇ ਵੀ ਮੈਂ ਕਹਿੰਦੀ ਹਾਂ ਕਿ ਜੇ ਸਾਡੇ ਹਰ ਇੱਕ ਨਹਿਰ ਦੇ ਉੱਤੇ, ਹਰ ਇੱਕ ਸਾਡੇ ਦਰਿਆ ਦੇ ਕਿਨਾਰੇ ਅਗਰ ਸਾਡੇ ਟੂਰਿਸਟ ਡਿਪਾਰਟਮੈਂਟ ਨੂੰ ਕੋਈ ਖੁਸ਼ਹਾਲ ਬਣਾ ਦਿੱਤਾ ਜਾਵੇ, ਉੱਥੇ ਪਿਕਨਿਕ ਸਪਾਟ ਬਣਾ ਦਿੱਤੇ ਜਾਣ, ਤਾਂ ਸਾਡਾ ਅਰਥਚਾਰਾ ਫਿਰ ਲੀਹਾਂ ਤੇ ਆ ਸਕਦਾ। ਉਹਦੇ ਨਾਲ ਇੱਕ ਡਾਕਟਰ ਸਾਹਿਬ ਫਿਰ ਉਹੀ ਚੀਜ਼ ਜੁੜ ਜਾਣੀ ਕਿ ਉਹਦੇ ਨਾਲ ਫਿਰ ਮਾਡਰਨਾਈਜੇਸ਼ਨ ਵੀ ਤਾਂ ਕਰਨੀ ਪੈਣੀ ਆ। ਠੀਕ ਆ, ਸਾਨੂੰ ਯੁੱਗ ਦੇ ਨਾਲ ਚੱਲਣਾ ਪੈਂਦਾ ਹੈ, ਲੇਕਿਨ ਕਿਸੇ ਹੱਦ ਤੱਕ ਅਸੀਂ ਬਚ ਸਕਦੇ ਹਾਂ। ਔਰ ਬਿਲਕੁਲ ਅਸੀਂ ਆਪਣੇ ਆਪ ਨੂੰ ਤੋੜ ਵੀ ਨਹੀਂ ਸਕਦੇ ਮਾਡਰਨਾਈਜੇਸ਼ਨ ਨਾਲੋਂ, ਲੇਕਿਨ ਇੰਨਾ ਵੀ ਜ਼ਿਆਦਾ ਮਾਡਰਨ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਪੁਰਾਤਨ ਵਿਰਸੇ ਨੂੰ ਭੁੱਲ ਜਾਈਏ। ਜੀ, ਸੋ ਅਸੀਂ ਆਪਣੇ ਕੁਦਰਤੀ ਸਾਧਨਾਂ ਨੂੰ ਸੰਭਾਲੀਏ, ਅਸੀਂ ਆਪਣੀ ਖੇਤੀਬਾੜੀ ਨੂੰ ਸੰਭਾਲੀਏ, ਸਾਡੀਆਂ ਰੋਜ਼ਮर्रा ਦੀਆਂ ਲੋੜਾਂ ਜਿਹੜੀਆਂ ਉੱਥੋਂ ਹੀ ਪੂਰੀਆਂ ਹੁੰਦੀਆਂ ਨੇ। ਸਬਜ਼ੀ ਹੋਈ, ਦਵਾਈਆਂ ਹੋਈਆਂ, ਸਾਰੀਆਂ ਦੇਖੋ ਵੱਡੀਆਂ ਕੰਪਨੀਆਂ ਨੇ, ਵਿਕਸਿਤ ਦੇਸ਼ਾਂ ਨੇ ਸਾਡੇ ਹੀ ਦੇਸ਼ ਦੇ ਵਿੱਚੋਂ ਜੜੀਆਂ ਬੂਟੀਆਂ ਲਿਜਾ ਕੇ ਉਹਨਾਂ ਨੂੰ ਪ੍ਰੋਸੈਸ ਕਰਕੇ, ਪੇਟੈਂਟ ਕਰਵਾ ਲਿਆ, ਪ੍ਰੋਸੈਸ ਕਰਕੇ ਫਿਰ ਸਾਨੂੰ ਬਹੁਤ 1000 ਗੁਣਾ, ਮੈਂ ਤਾਂ ਕਹੂੰਗੀ ਸੈਂਕੜੇ ਗੁਣਾ ਨਹੀਂ 1000 ਗੁਣਾ ਵੱਧ ਕੀਮਤ ਤੇ ਸਾਡੇ ਸਾਹਮਣੇ ਲਿਆ ਕੇ ਸਾਨੂੰ ਦੇਤੀਆਂ, ਜਿਹੜੀਆਂ ਕਿ ਸਾਡੇ ਸਰੀਰਕ ਤੌਰ ਤੇ ਸਾਨੂੰ ਜਿਨ੍ਹਾਂ ਨੇ ਖੋਖਲਾ ਕੀਤਾ, ਆਰਥਿਕ ਤੌਰ ਤੇ ਵੀ ਸਾਨੂੰ ਉਹਨਾਂ ਨੇ ਬਹੁਤ ਵੱਡੀ ਢਾਲ ਲਾਈ। ਸੋ ਸਾਰੀ ਜੜ ਜਿਹੜੀ ਆ ਉਹ ਆਰਥਿਕਤਾ ਦੇ ਨਾਲ ਬਹੁਤ ਬਰੀਕੀ ਦੇ ਨਾਲ ਸਾਨੂੰ ਸੋਚਣਾ ਪੈਣਾ। ਇੱਕ ਨੰਬਰ ਤੇ ਜੀ ਡਾਕਟਰ ਸਾਹਿਬ ਇਹ ਤਾਂ ਗੱਲ ਆਮ ਨਾਗਰਿਕ ਦੀ ਕੀਤੀ ਆਪਾਂ, ਪਰ ਸਰਕਾਰਾਂ ਦੀ ਕਿੱਥੇ ਕੁਤਾਹੀ ਆ? ਸਾਡੇ ਜਿਹੜੇ ਆਰਥਿਕ ਢਾਂਚੇ ਨੂੰ ਇਹਨਾਂ ਨੀਹਾਂ ਨੂੰ ਕਮਜ਼ੋਰ ਕਰ ਦਿੱਤਾ, ਜਾਂ ਉਹ ਸਾਂਭ ਨਹੀਂ ਸਕੇ, ਜਾਂ ਉਹਨਾਂ ਨੇ ਉਹਨਾਂ ਦਾ ਕਿੰਨਾ ਕੁ ਰੋਲ ਹੈ ਸਰਕਾਰ ਦਾ? ਕਿਉਂਕਿ ਜਿਹੜੀਆਂ ਸਾਰੀਆਂ ਨੀਤੀਆਂ ਆਈਆਂ ਸਰਕਾਰ ਵੱਲੋਂ ਆਈਆਂ। ਪ੍ਰੋਟੋਕੋਲ ਕੀ ਕਹਿੰਦਾ? ਪ੍ਰੋਟੋਕੋਲ ਕਹਿੰਦਾ ਕਿ ਲੋਕ ਹਿੱਤ ਦੀ ਗੱਲ ਕਰਨੀ ਜੀ। ਲੋਕ ਹਿੱਤਾਂ ਦੀ ਗੱਲ ਕਰਨ ਦੀ ਥਾਂ ਤੇ ਉਹਨਾਂ ਨੇ ਆਪਣੇ ਕੁਨਬੇ ਨੂੰ ਵਧਾਉਣ ਦੀ ਗੱਲ ਕੀਤੀ ਹੈ। ਆਪਣੀ ਕੁਰਸੀ ਨਾਲ ਚਿਪਕੇ ਰਹਿਣ ਵਾਸਤੇ ਉਹਨਾਂ ਨੇ ਉਹ ਹਰਬਾ ਵਰਤਿਆ, ਚਾਹੇ ਉਹ ਲੋਕ ਹਿੱਤ 'ਚ ਜਾਵੇ ਨਾ ਜਾਵੇ, ਇਹਦੀ ਪ੍ਰਵਾਹ ਕਰਨ ਦੀ ਉਹਨਾਂ ਨੇ ਲੋੜ ਨਹੀਂ ਸਮਝੀ, ਬਲਕਿ ਉਹਨਾਂ ਨੇ ਲੋੜ ਸਮਝੀ ਕਿ ਸਾਡਾ ਹਿੱਤ ਕਾਹਦੇ ਵਿੱਚ ਹੈ। ਔਰ ਆਪਣਾ ਹਿੱਤ ਸਮਝਦਿਆਂ ਉਸੇ ਨੂੰ ਵਿਚਾਰਦਿਆਂ ਪੰਜਾਬ ਨੂੰ, ਭਾਰਤ ਨੂੰ ਇੰਨਾ ਪਿੱਛੇ ਤੱਕ ਦਿੱਤਾ। ਕੁਨਬਾ ਪਰਵਰੀ ਨੇ, ਬਿਲਕੁਲ, ਜਦ ਕਿ ਲੋਕਤੰਤਰ ਸਿਰਫ ਇੱਕ ਕਾਗਜ਼ਾਂ ਦੇ ਵਿੱਚ ਇੱਕ ਸੈਂਟੈਂਸ ਬਣ ਕੇ ਰਹਿ ਗਿਆ। ਬਿਲਕੁਲ। ਸੋ ਲੋਕਤੰਤਰ ਨਜ਼ਰ ਨਹੀਂ ਆਉਂਦਾ, ਕੁਨਬਾ ਪਰਵਰੀ। ਸੋ ਜਿੱਥੇ ਕੁਨਬਾ ਪਰਵਰੀ ਆ ਜੇ, ਪਰਿਵਾਰਵਾਦ ਆ ਜੇ, ਤੇ ਫਿਰ ਉੱਥੇ ਜਿਹੜਾ ਹੈਗਾ ਗਣਰਾਜ ਦੀ ਤਾਂ ਇੱਕ ਗੱਲ ਕਰਨਾ ਮੇਰਾ ਖਿਆਲ ਹੈ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ। ਅਸੀਂ ਦਮਗਜ਼ੇ ਮਾਰ ਰਹੇ ਹਾਂ, ਸਾਡੇ ਸਿਆਸੀ ਵੀ ਦਮਗਜ਼ੇ ਮਾਰ ਰਹੇ ਨੇ। ਲੋਕਤੰਤਰ ਹੈ ਕਿੱਥੇ? ਅਜੇ ਤੱਕ ਨਜ਼ਰ ਨਹੀਂ ਆਇਆ ਕਿੱਥੇ ਛੁਪਿਆ ਪਿਆ ਲੋਕਤੰਤਰ, ਕਿਉਂਕਿ ਲੋਕ ਤਾਂ ਬਦਹਾਲੀ ਦਾ ਸ਼ਿਕਾਰ ਨੇ। ਬਿਲਕੁਲ, ਲੋਕਾਂ ਦੇ ਚਿਹਰੇ ਤੇ ਜਿੱਥੇ ਲੋਕਤੰਤਰ ਹੋਵੇ, ਪ੍ਰਜਾਤੰਤਰ ਹੋਵੇ,
ਉੱਥੇ ਤਾਂ ਲੋਕਾਂ ਦੇ ਚਿਹਰੇ ਤੇ ਖੁਸ਼ੀ ਨੱਚਣੀ ਚਾਹੀਦੀ ਹੈ, ਪਰ ਅੱਜ ਹਰ ਬੰਦੇ ਦੇ ਚਿਹਰੇ ਤੇ ਉਦਾਸੀ, ਮੁਸਕਾਨ ਤਾਂ ਕਿਧਰੇ ਉੱਡੀ ਆ। 2 ਵਕਤ ਦੀ ਰੋਟੀ ਜਟਾਉਣ ਲਈ ਉਹ ਤਰਲੋ ਮੱਛੀ ਹੋ ਰਿਹਾ, ਪੂਰੀ ਵਾਂਗੂ ਘੁੰਮਦਾ ਫਿਰਦਾ, ਇਧਰੋਂ ਉਧਰ ਤਾਣਾ ਤੰਦਾ ਫਿਰਦਾ, ਪਰ ਫਿਰ ਵੀ ਕਿਤੇ ਉਹਦੇ 5 ਪਾਂਜੇ ਪੂਰੇ ਨਹੀਂ ਆਉਂਦੇ। ਬਜ਼ੁਰਗ ਆਖਦੇ ਆ 5 ਪਾਂਜੇ ਉਹਦੇ ਪੂਰੇ ਨਹੀਂ ਆਉਂਦੇ। ਘਰਾਂ ਦੇ ਵਿੱਚ ਰਹਿੰਦੇ, ਆਮ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਬੜੀਆਂ ਜ਼ਰੂਰਤਾਂ ਨੇ। ਕੋਈ ਬਿਮਾਰ ਹੈ, ਕੁਛ ਬਾਹਰ ਹੈ, ਉਹਨੂੰ ਲੈ ਕੇ ਜਾਣਾ ਸ਼ਹਿਰ, ਕੋਈ ਬੱਚੇ ਦੀ ਪੜ੍ਹਾਈ ਦਾ ਖਰਚਾ, ਕੋਈ ਰਿਸ਼ਤੇਦਾਰੀਆਂ ਦੇ ਵਿੱਚ ਦੇਣ ਲੈਣਾ, ਕਿਸੇ ਬੱਚੇ ਦੀ ਮੈਰਿਜ ਆ, ਵਿਆਹ ਸ਼ਾਦੀ ਆ। ਤੁਸੀਂ ਪੜ੍ਹਾਈ ਦਾ ਗੱਲ ਕੀਤੀ ਹੈ ਜੀ, ਜਿਹੜੀ ਸਿੱਖਿਆ ਆ, ਸਿੱਖਿਆ ਦੇ ਵਿੱਚ ਐਜੂਸੈਟ ਜਿਹੜਾ ਸ਼ੁਰੂ ਕੀਤਾ ਗਿਆ, ਉਹਦੇ ਵਿੱਚ ਲੋਕਾਂ ਨੂੰ, ਸਾਡੇ ਕੋਲ ਕਿੱਥੇ ਇੰਨਾ ਪ੍ਰਬੰਧ ਹੈਗਾ ਕਿ ਸਾਰੇ ਬੱਚੇ ਉਹ ਖਰੀਦ ਸਕਣ, ਮੋਬਾਈਲ ਖਰੀਦ ਸਕਣ, ਨੈਟ ਖਰੀਦ ਸਕਣ। ਇਹ ਵੀ ਆਪਾਂ ਇਸ ਤੇ ਕਰਾਂਗੇ ਕਿ ਇੱਕ ਵੱਖਰਾ ਪ੍ਰੋਗਰਾਮ ਕਿ ਐਜੂਸੈਟ ਜਿਹੜਾ ਲੈ ਕੇ ਆਉਂਦਾ ਹੈਗਾ, ਜਿਹੜਾ ਡਿਜੀਟਲ ਦਾ ਰੌਲਾ ਪਾਇਆ, ਉਸ ਡਿਜੀਟਲ ਨੇ ਡਿਗੀਚਲ ਵਾਲਾ ਸਾਨੂੰ ਜਿਹੜਾ ਇੱਕ ਪਲੇਟਫਾਰਮ ਤੇ ਲਿਆ ਕੇ ਖੜਾ ਕਰ ਦਿੱਤਾ। ਅਸੀਂ ਲਗਾਤਾਰ ਡਿੱਗ ਰਹੇ ਹਾਂ, ਖੁਸ਼ਹਾਲ ਨਹੀਂ ਆ ਅਸੀਂ, ਚਾਹੇ ਜੋ ਬੰਦਾ ਜਿੰਨਾ ਮਰਜ਼ੀ ਕਹੀ ਜਾਵੇ, ਅਸੀਂ ਖੁਸ਼ਹਾਲ ਨਹੀਂ। ਕਿਉਂ ਕਿ ਸਾਡਿਆਂ ਸਾਧਨਾਂ ਤੇ ਬਹੁਤ ਵੱਡਾ ਡਾਕਾ ਵੱਜਿਆ ਹੈ, ਸਾਰੇ ਰਲੇ ਮਿਲੇ ਹੋਏ ਨੇ ਉਹਦੇ ਵਿੱਚ। ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਗਈਆਂ, ਸਰਕਾਰਾਂ ਵੀ ਰਲ ਗਈਆਂ, ਕੁਰਸੀਆਂ ਤੇ ਬੈਠੇ ਸਾਡੀ ਬਿਊਰੋਕ੍ਰੇਸੀ, ਸਾਡੀ ਪ੍ਰਸ਼ਾਸਨ, ਸਭ ਨੇ ਰਲ ਕੇ ਆਮ ਬੰਦੇ ਨੂੰ ਮੰਦਹਾਲੀ ਦੇ ਦਲਦਲ ਦੇ ਵਿੱਚ ਇੰਨਾ ਧਕੇਲ ਦਿੱਤਾ, ਉਹ ਚਾਹੁੰਦਾ ਹੋਇਆ ਵੀ ਨਿਕਲ ਨਹੀਂ ਪਾ ਰਿਹਾ। ਹੈਰਾਨੀ ਵਾਲੀ ਗੱਲ ਇਹ ਹੈ ਕਿ 24 ਘੰਟੇ ਕੰਮ ਕਰਨ ਵਾਲਾ ਮਜ਼ਦੂਰ ਰੋਟੀ ਔਰ ਕੱਪੜਾ ਨਹੀਂ ਜੁਟਾ ਪਾ ਰਿਹਾ, ਗੁੱਲੇ ਜੁੱਲੇ ਦੀਆਂ ਉਹਦੀਆਂ ਲੋੜਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ। ਦੂਜੇ ਪਾਸੇ ਤੁਸੀਂ ਦੇਖ ਲਓ, ਇੱਕ ਵਿਹਲੜ ਸਿਆਸਤਦਾਨ, ਵਪਾਰੀ, ਗੋਗੜ ਵਧਾਈ ਹੁੰਦੀ ਆ, ਲਗਜ਼ਰੀਅਸ ਲਾਈਫ ਆ ਉਹਦੀ, ਉਹਦੇ ਪਰਿਵਾਰ ਦੀ, ਉਹਦੇ ਬੱਚੇ ਜਿਹੜੇ ਹੈਗੇ ਆ, ਡੇਲੀ ਦਾ 1.5 ਲੱਖ ਰੁਪਇਆ ਉਹਨਾਂ ਦਾ ਖਰਚਾ ਹੈ। ਸੋ ਉਹ ਕਿੱਥੋਂ ਆਉਂਦਾ? ਉਹ ਸਾਰੇ ਦਾ ਸਾਰਾ ਮਜ਼ਦੂਰ ਦੇ ਸਿਰੋਂ, ਔਰ ਖੇਤ ਮਜ਼ਦੂਰ ਦੇ ਸਿਰੋਂ, ਜਾਂ ਬਿਲਡਿੰਗ ਉਸਾਰੀ ਦੇ ਮਜ਼ਦੂਰ ਦੇ ਸਿਰੋਂ, ਆਮ ਬੰਦੇ ਕੰਮ ਕਰਦੇ ਨੇ। ਬਿਲਕੁਲ, ਤੁਸੀਂ ਦੇਖੋ ਕੋਵਿਡ ਦੇ ਦਿਨਾਂ ਦੇ ਵਿੱਚ ਕੀ ਹੋਇਆ ਜੀ, ਕਾਰਪੋਰੇਟ ਘਰਾਣਿਆਂ ਦੀ 1 ਘੰਟੇ ਦੀ ਕਰੋੜਾਂ 'ਚ ਆਮਦਨ ਗਈ ਹੈ, ਤੇ ਇੱਕ ਆਮ ਜਿਹੜੇ ਲੋਕ ਨੇ ਉਹਨਾਂ ਦੀ ਕਰੋੜਾਂ 'ਚ ਨੌਕਰੀ ਗਈ ਹੈ। ਕਰੋੜਾਂ ਲੋਕ ਨੌਕਰੀ ਤੋਂ ਵਾਂਝੇ ਹੋਏ ਆ, ਤਾਂ ਇਹ ਤੁਹਾਡਾ ਅਰਥਚਾਰਾ ਕਿੱਥੇ ਗਿਆ? ਜੀ। ਸੋ ਸਾਨੂੰ ਸਮਝਣਾ ਪਏਗਾ, ਸਾਡੇ ਜਿਹੜੇ ਇਕਨੋਮਿਕਸ ਦੇ ਜਿਹੜੇ ਵਿਦਿਆਰਥੀ ਨੇ, ਜੋ ਅਰਥ ਸ਼ਾਸਤਰ ਦੇ ਜਿਹੜੇ ਗਿਆਤਾ ਨੇ, ਉਹਨਾਂ ਨੂੰ ਇਮਾਨਦਾਰੀ ਦੇ ਨਾਲ ਉਹ ਸ਼ਪਥ ਲੈਣ ਇਸ ਚੀਜ਼ ਦੀ ਕਿ ਅਸੀਂ ਇਮਾਨਦਾਰੀ ਦੇ ਨਾਲ, ਬਹੁਤ ਹੋ ਗਿਆ, ਬੜਾ ਲੁੱਟੇ ਪੁੱਟੇ ਗਏ, ਅਸੀਂ ਧਰਾਤਲ ਤੇ ਜਾ ਡਿੱਗੇ, ਅਸੀਂ ਆਮ ਆਦਮੀ ਦਾ ਜੀਵਨ ਜਿਹੜਾ ਉਹ ਹਾਲੋਂ ਬੇਹਾਲ ਕਰ ਦਿੱਤਾ। ਸੋ ਉਸ ਨੂੰ ਅਸੀਂ ਉੱਪਰ ਚੁੱਕਣਾ ਹੈ, ਉਸ ਨੂੰ ਅਸੀਂ ਖੁਸ਼ਹਾਲ ਬਣਾਉਣਾ ਹੈ। ਸੋ ਇਹਦੇ ਵਾਸਤੇ ਇਕਨੋਮਿਕਸ ਦੇ ਸਟੂਡੈਂਟਸ ਨੂੰ ਅੱਗੇ ਆਉਣਾ ਪਊਗਾ ਇਮਾਨਦਾਰੀ ਦੇ ਨਾਲ, ਔਰ ਹਰ ਭੈ ਤੋਂ ਉੱਪਰ ਉੱਠ ਕੇ। ਕੋਈ ਉਹਨਾਂ ਨੂੰ ਪੋਲਿਟਿਕਸ ਦਾ ਭੈ ਨਹੀਂ ਰੱਖਣਾ ਚਾਹੀਦਾ। ਅਰਥ ਸ਼ਾਸਤਰੀਆਂ ਨੂੰ ਵੀ ਉਹ ਛੱਡਣ ਕਿ ਮਾਡਰਨਾਈਜੇਸ਼ਨ ਦਾ ਜਿਹੜਾ ਰਾਗ ਹੈ ਉਹ ਲਾਪਣਾ ਛੱਡਣ। ਬਥੇਰਾ ਸਾਡਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬੈਠੇ ਕੁਝ ਸ਼ਾਤਰ ਦਿਮਾਗਾਂ ਨੇ ਬਹੁਤ ਨੁਕਸਾਨ ਕਰ ਦਿੱਤਾ ਅਰਥਚਾਰੇ ਦਾ। ਸੋ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਅੱਗੇ ਆਓ ਇਮਾਨਦਾਰੀ ਨਾਲ। ਇਹ ਨਾ ਸੋਚੋ ਕਿ ਅਸੀਂ ਤਾਂ ਸੇਫ ਰਹਿ ਜਾਾਂਗੇ। ਤੁਹਾਡੀ ਤਾਂ ਉਹ ਗੱਲ ਹੈ ਕਿ ਤੁਸੀਂ ਜਿਸ ਟਾਹਣੀ ਦੇ ਕੱਟਣ ਲੱਗੇ ਹੋਏ ਹੋ, ਜਿਸ ਦਿਨ ਪੂਰੀ ਤਰ੍ਹਾਂ ਕੱਟੀ ਗਈ, ਬਚਣਾ ਤੁਸੀਂ ਵੀ, ਧੜਾਮ ਡਿੱਗੋਗੇ, ਲੱਤਾਂ ਬਾਹਾਂ ਟੁੱਟਣਗੀਆਂ, ਤਾਂ ਫਿਰ ਜਾ ਕੇ ਤੁਹਾਨੂੰ ਯਾਦ ਆਏਗਾ ਕਿ ਜੇ ਉਸ ਵੇਲੇ ਰਹਿੰਦੇ ਵੇਲੇ ਅਸੀਂ ਸੰਭਲ ਜਾਂਦੇ ਤਾਂ ਸ਼ਾਇਦ ਇਹ ਹਾਲਾਤ ਨਾ ਬਣਦੇ। ਡਾਕਟਰ ਸਾਹਿਬ, ਜਾਂਦੇ ਆਰਥਿਕ ਹਾਲਾਤਾਂ ਨੂੰ ਬਰੀਫ ਜਿਹਾ ਦੱਸੋ ਕਿ ਆਰਥਿਕ ਜਿਹੜੀ ਸਾਡੀ ਅਰਥਚਾਰਾ, ਇਹਨੂੰ ਅਸੀਂ ਕਿਵੇਂ ਉਚਿਆ ਸਕਦੇ ਹਾਂ? ਅਰਥਚਾਰੇ ਨੂੰ ਉਚਾਉਣ ਵਾਸਤੇ ਆਮ ਲੋਕਾਂ ਦੇ ਕਰਨ ਦੀਆਂ ਜੋ ਗੱਲਾਂ ਨੇ ਜੀ, ਉਹ ਹੈ ਕਿ ਕਰਜ਼ੇ ਤੋਂ ਦੂਰੀ ਬਣਾਉਣ ਜੀ, ਲਾਲਚ ਵਿੱਚ ਆ ਕੇ ਫਲਾਣੇ ਨੇ ਆ ਕਰਤਾ, ਧਮਕੇ ਨੇ ਆ ਕਰਤਾ, ਨੱਕ ਨਮੂਜ ਦੇ ਪਿੱਛੇ ਨਾ ਲੱਗਣ, ਸਾਦਾ ਜੀਵਨ ਅਪਣਾਉਣ, ਸਾਦਾ ਜੀਵਨ ਜਿਹੜਾ ਹੈ ਉੱਚੇ ਵਿਚਾਰ ਰੱਖਣ, ਗੁਰਬਾਣੀ ਦੇ ਨਾਲ ਜੁੜਨ। ਉਹਦੇ ਨਾਲ ਅਸੀਂ ਬਹੁਤ ਕੁਝ ਆਪਣੇ ਆਪ ਨੂੰ ਸੰਭਾਲ ਸਕਦੇ ਹਾਂ। ਨੈਤਿਕ ਕਦਰਾਂ ਕੀਮਤਾਂ ਇਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ। ਪਬਲਿਕ ਖੇਤਰ ਦੇ ਵਿੱਚ ਜੋ ਕੁਝ ਵਾਪਰ ਰਿਹਾ, ਅਸੀਂ ਉਹਨੂੰ ਇਹ ਨਾ ਸੋਚੀਏ ਕਿ ਪਬਲਿਕ ਖੇਤਰ 'ਚ ਵਾਪਰ ਰਿਹਾ, ਅਸੀਂ ਉਹਨੂੰ ਆਪਣਾ ਨੁਕਸਾਨ ਦੇਖ ਕੇ ਵਿਚਾਰੀਏ, ਸੋਚੀਏ,
ਤਾਂ ਅਸੀਂ ਕੁਝ ਕਰ ਸਕਦੇ ਹਾਂ। ਜੀ ਇਸ ਤਰ੍ਹਾਂ ਨਾ ਸੋਚੀਏ ਕਿ ਸਮਾਜ ਦੇ ਵਿੱਚ ਜੋ ਹੋ ਰਿਹਾ ਮੈਨੂੰ ਕੀ, ਜਦੋਂ ਅਸੀਂ ਮੈਨੂੰ ਕੀ ਦੀ ਨੀਤੀ ਛੱਡ ਦਿਆਂਗੇ ਜੀ ਤਾਂ ਕਾਫੀ ਕੁਝ ਆਪਣੇ ਆਪ ਸੰਭਲ ਜਾਏਗਾ, ਸੁਧਰ ਜਾਏਗਾ। ਦੇਖੋ ਟੈਕਨੋਲੋਜੀ ਨੇ, ਜਿਹੜੇ ਟੈਕਨੀਸ਼ੀਅਨ ਸੀਗੇ, ਟੈਕਨੋਲੋਜੀ ਨੂੰ ਲੈ ਕੇ ਆਉਣ ਵਾਲੇ ਜਿਹੜੀਆਂ ਕੰਪਨੀਆਂ ਸੀ, ਉਹ ਤਾਂ ਅੱਜ ਅਰਬਾਂ ਖਰਬਾਂ ਉਹਨਾਂ ਨੇ ਕਮਾ ਲਿਆ, ਲੇਕਿਨ ਤੁਹਾਡੇ ਸਿਰੋਂ ਤੁਹਾਨੂੰ ਕਰਜ਼ਾਈ ਕਰ ਦਿੱਤਾ। ਬਿਲਕੁਲ ਮੇਰੇ ਖਿਆਲ, ਮੈਨੂੰ ਇਹ ਗਿਣਤੀ ਨਹੀਂ ਕਿ ਆਹ ਵਾਹੀਕਲ ਜਿਹੜੇ ਹੈਗੇ ਨੇ, ਕਾਰਾਂ ਜਿਹੜੀਆਂ ਹੈਗੀਆਂ ਨੇ, ਕਿੰਨੀਆਂ ਕਿੰਨੇ ਜਿਹੜੀ ਵਰਾਇਟੀ, ਕਿੰਨੀਆਂ ਕੰਪਨੀਆਂ ਦੀਆਂ ਹੈਗੀਆਂ ਨੇ, ਕੋਈ ਸਮਝ ਨਹੀਂ ਆਉਂਦੀ। ਕੋਈ ਰੋਜ਼ ਇੱਕ ਨਵੀਂ ਕੰਪਨੀ ਨੇ ਨਵੀਂ ਗੱਡੀ ਉਤਾਰੀ ਹੁੰਦੀ ਆ ਬਾਜ਼ਾਰ ਦੇ ਵਿੱਚ, ਤੇ ਸਾਡੀ ਇੱਕੋ ਹੁੰਦੀ ਆ ਕਿ ਵੇਖੋ ਬੈਂਕਾਂ ਨੇ ਵੀ ਨਾ 7.5% ਤੇ 8.5% ਤੇ 8% ਤੇ 7% ਤੇ ਕਾਰ ਲੋਨ ਰੱਖਿਆ ਹੋਇਆ। ਨਹੀਂ ਹੁਣ ਤਾਂ ਜ਼ਿਆਦਾ ਹੈ, ਹੁਣ ਜ਼ਿਆਦਾ ਹੋਣਾ ਸ਼ਾਇਦ। ਤੇ ਹੁਣ ਜਿਹੜਾ ਬੰਦਾ 8% ਪ੍ਰਤੀ ਮਾਹ ਦੇ ਹਿਸਾਬ ਨਾਲ ਕਰਜ਼ਾ ਚੁੱਕ ਕੇ ਕਾਰ ਲਊਗਾ, ਤੇ ਉਹ ਕਿਸੇ ਅਰਥ ਨਹੀਂ ਹੈਗੀ। ਉਹਨੂੰ ਕਰਨਾ ਕੀ ਆ, ਪੈਟਰੋਲ ਪਾਉਣਾ ਤੇ ਗੇੜੀਆਂ ਮਾਰਨੀਆਂ। ਬਹੁਤ ਵੱਡੀ ਜਿਹੜੀ ਅਰਥਚਾਰੇ ਨੂੰ, ਤੁਹਾਡੀ ਜ਼ਿੰਦਗੀ ਨੂੰ ਜਿਹੜਾ ਤਬਾਹ ਕਰਨ ਵਾਲਾ ਇੱਕ ਸਾਧਨ ਹੈ। ਸੋ ਤੁਹਾਨੂੰ ਸਮਝਣਾ ਪਏਗਾ, ਕਰਜ਼ਾ ਅਸੀਂ ਲੈਣਾ ਹੀ ਨਹੀਂ ਬੈਂਕਾਂ ਤੋਂ ਬਿਲਕੁਲ ਵੀ, ਜਿੰਨੇ ਮਰਜ਼ੀ ਲਾਲਚ ਦੇਣ, ਜਿੰਨੀਆਂ ਮਰਜ਼ੀ ਰਾਇਤਾਂ ਦੇਣ। ਇੱਕ ਬੰਦਾ ਜਦੋਂ ਕਰਜ਼ਾ ਲੈ ਲੈਂਦਾ ਨਾ, ਉਹ ਸਾਰੀ ਉਮਰ ਸਰਕਾਰ ਦਾ, ਬੈਂਕ ਦਾ ਗੁਲਾਮ ਹੋ ਜਾਂਦਾ, ਤੇ ਸਾਰੀ ਉਮਰ ਉਤਾਰ ਨਹੀਂ ਸਕਦਾ ਕਰਜ਼ਾ। ਕਿੰਨੀਆਂ ਮੌਤਾਂ ਹੋਈਆਂ ਨੇ, ਕਿੰਨੀਆਂ ਸੁਸਾਇਡ ਕੀਤੀਆਂ ਸਾਡੇ ਕਿਸਾਨਾਂ ਨੇ। ਸੋ ਅਸੀਂ ਸੰਕੁਚਿਤ ਹੋਈਏ ਫਾਲਤੂ ਦੇ ਖਰਚਿਆਂ ਤੋਂ। ਜੋ ਸਾਡੇ ਕੋਲੇ ਕੁਦਰਤੀ ਸਾਧਨ ਨੇ, ਉਹਨਾਂ ਦੇ ਵਿੱਚ ਫਿਰ ਤੋਂ ਮੁੜ ਤੋਂ ਅਸੀਂ ਆਪਣੇ ਆਪ ਨੂੰ ਮਰਜ਼ ਕਰੀਏ, ਢਾਲੀਏ, ਤੇ ਫਾਲਤੂ ਖਰਚੇ ਜਿਹੜੇ ਅਸੀਂ ਨਾ ਕਰੀਏ। ਜ਼ਰੂਰੀ ਨਹੀਂ ਅਸੀਂ ਮੌਲਾਂ ਦੇ ਵਿੱਚੋਂ ਹੀ ਖਰੀਦਣਾ, ਉਹੀ ਸਗੋਂ ਛੋਟੀਆਂ ਦੁਕਾਨਾਂ ਤੇ ਵਧੀਆ ਵੈਰਾਈਟੀ ਵੀ ਮਿਲਦੀ ਹੈ, ਵਧੀਆ ਮੁੱਲ ਤੇ ਸਹੀ ਮੁੱਲ ਤੇ ਚੀਜ਼ਾਂ ਮਿਲਦੀਆਂ। ਉਹੀ ਜੱਟ ਬਾਣੀ ਵਾਲਾ ਰਿਸ਼ਤਾ ਕਾਇਮ ਕਰੀਏ। ਸੋ ਇਹਨਾਂ ਹੀ ਵਿਚਾਰਾਂ ਦੇ ਨਾਲ ਆਪਾਂ ਲਈਏ ਡਾਕਟਰ ਸਾਹਿਬ ਇਜਾਜ਼ਤ। ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤੇ ਤੁਸੀਂ ਕਮੈਂਟ ਕਰਨਾ ਨਾ ਭੁੱਲਣਾ, ਆਪਣੇ ਸੁਝਾਅ ਦੇਣਾ ਨਾ ਭੁੱਲਣਾ। ਆਪਣੇ ਸੁਝਾਅ ਇਸ ਵਿਸ਼ੇ ਤੇ ਜ਼ਰੂਰ ਦੇਣਾ, ਹੋ ਸਕਦਾ ਅਸੀਂ ਕਿਤੇ ਕੁਤਾਹੀ ਕਰ ਗਏ ਹੋਈਏ, ਸਾਨੂੰ ਠੀਕ ਕਰਨਾ, ਸਾਨੂੰ ਸਹੀ ਕਰਨਾ ਵੀ ਤੁਹਾਡਾ ਫਰਜ਼ ਬਣਦਾ। ਬਿਲਕੁਲ ਜੀ, ਤੁਹਾਡੇ ਸੁਝਾਅ ਕੌੜੇ ਮਿੱਠੇ ਸਭ ਸਿਰ ਮੱਥੇ ਕਬੂਲ। ਤੇ ਸੋ ਸਾਨੂੰ ਦਿਓ ਇਜਾਜ਼ਤ। ਬਿਲਕੁਲ, ਸ਼ੁਕਰੀਆ ਜੀ।